ਅਹਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤ੍ਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਫਰਾਸੀ ਫਿਰੰਗੀ ਫਰਾਂਸੀਸ ਕੇ ਦੁਰੰਗੀ ਮਕਰਾਨ ਕੇ ਮ੍ਰਿਦੰਗੀ ਤੇਰੇ ਗੀਤ ਗਾਇਤ ਹੈ ਪਖਰੀ ਕੰਧਾਰੀ ਗੋਰ ਗਖਰੀ ਗਰਦੇਜਾ ਚਾਰੀ ਪੌਨ ਕੇ ਆਹਾਰੀ ਤੇਰੋ ਨਾਮ ਧਿਆਇਤ ਹੈ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਹੈ ਤੇਹਾ ਹਉ ਕਰੀ ਵਖਿਆਨ ਤਿਸ ਕੀ ਸਰਨੀ ਪਰ ਮਨਾ ਜਿਸ ਜੀਵਡ ਅਵਰ ਨਾ ਕੋਏ ਜਿਸ ਸਿਮਰਤ ਸੁਖ ਹੋਏ ਘਣਾ ਦੁਖ ਦਰਦ ਨਾ ਮੂਲੇ ਹੋਏ
ਜਿਸ ਸਿਮਰਤ ਸੁਖ ਹੋਏ ਘਣਾ। ਦੁਖ ਦਰਦ ਨਾ ਮੂਲੇ ਹੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਗਵਾਰੇਰੀ ਮਹੱਲਾ ਪੰਜਵਾ। ਵਿਆਪਤ ਹਰਖ ਸੋਗ ਬਿਸਥਾਰ। ਵਿਆਪਤ ਸੁਰਗ ਨਰਕ ਅਵਤਾਰ। ਵਿਆਪਤ ਹਰਖ ਸੋਗ ਬਿਸਥਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨਾ ਬੰਧੂ ਭਗਤ ਵਸ਼ਲ, ਕਰੁਣਾ ਨਿਧਾਨ ਅੰਤਰਜਾਮੀ ਸਤਿਗੁਰੂ ਗਰੀਬ ਨਿਵਾਜ, ਕਰੋੜਾਂ ਖੰਡਾਂ ਬ੍ਰਹਿਮੰਡਾਂ ਦੇ ਮਾਲਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਤਖਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਨਾਂਦੇੜ ਵਿਖੇ ਆਪ ਸਰਬੱਤ ਸੰਗਤ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੇ ਹੋ। ਗਰੀਬ ਨਿਵਾਜ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਉਪਰੰਤ ਸ੍ਰੀ ਮੁਖ ਵਾਕ ਆਪ ਸਰਬੱਤ ਸੰਗਤ ਨੇ ਸਰਵਣ ਕੀਤੇ ਹਨ। ਆਓ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਨਿਤਾ ਪ੍ਰਤੀ ਦੀ ਮਰਿਆਦਾ ਅਨੁਸਾਰ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਨਾਲ ਜੁੜੀਏ ਜੀ। ਆਪ ਜੀ ਬਹੁਤ ਵੱਡੇ ਭਾਗਾਂ ਵਾਲੇ ਹੋ। ਸੱਚਖੰਡ ਸਾਹਿਬ ਅੰਦਰ ਬੈਠ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਹੋ। ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਮਨ ਇੱਛੇ ਸਈ ਫਲ ਪਾਏ ਕਰਤੈ ਆਪ ਵਸਾਇਆ ਰਾਮ। ਦੁਨੀਆ ਦੇ ਨਕਸ਼ੇ ਤੇ ਕੁਝ ਇਸ ਤਰ੍ਹਾਂ ਦੇ ਨਗਰ ਮਹਾਨਗਰ ਹਨ ਜਿਨ੍ਹਾਂ ਨੂੰ ਸਰਕਾਰਾਂ ਵੱਲੋਂ ਜਾਂ ਰਾਜਿਆਂ ਮਹਾਰਾਜਿਆਂ ਵੱਲੋਂ ਵਸਾਇਆ ਗਿਆ ਹੈ। ਉਹਨਾਂ ਨਗਰਾਂ ਦੇ ਵਿੱਚ ਕਈ ਝਗੜੇ ਝਮੇਲੇ ਅਤੇ ਕਈ ਤਰ੍ਹਾਂ ਦੇ ਰੋਣੇ ਧੋਣੇ ਸਦਾ ਹੀ ਹੁੰਦੇ ਰਹਿੰਦੇ ਨੇ, ਕਿਉਂਕਿ ਜਿਸ ਸ਼ਹਿਰ ਨੂੰ ਜਿਸ ਨਗਰ ਨੂੰ ਕਿਸੇ ਦੁਨਿਆਵੀ ਰਾਜੇ ਵੱਲੋਂ ਵਸਾਇਆ ਗਿਆ ਹੈ ਉਹ ਰਾਜਾ ਤੇ ਆਪ ਸਾਰੀ ਉਮਰ ਝਗੜਿਆਂ ਝਮੇਲਿਆਂ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦਾ ਏ। ਇਸ ਕਰਕੇ ਉਹਦੇ ਵਸਾਏ ਨਗਰਾਂ ਦੇ ਵਿੱਚ ਵੀ ਸਦਾ ਵਾਸਤੇ ਰੋਣੇ ਧੋਣੇ ਤੇ ਕਲ ਕਲੇਸ਼ ਹੀ ਰਹਿੰਦੇ ਨੇ। ਪਰੰਤੂ ਜਿਨ੍ਹਾਂ ਨਗਰਾਂ ਨੂੰ ਗੁਰੂ ਸਾਹਿਬ ਨੇ ਆਪ ਆਪਣੇ ਹੱਥੀਂ ਵਸਾਇਆ, ਆਪਣੀਆਂ ਬਖਸ਼ਿਸ਼ਾਂ ਦੇ ਕੇ ਨਿਵਾਜਿਆ, ਉਹਨਾਂ ਨਗਰਾਂ ਦੀ ਉਹਨਾਂ ਸ਼ਹਿਰਾਂ ਦੀ ਆਬੋ ਹਵਾ ਬਾਕੀ ਦੁਨੀਆ ਨਾਲੋਂ ਨਿਰਾਲੀ ਹੈ। ਉੱਥੇ ਬੈਠਣ ਦਾ, ਗੁਰਬਾਣੀ ਸਰਵਣ ਕਰਨ ਦਾ, ਦਰਸ਼ਨ ਕਰਨ ਦਾ ਰੂਹ ਨੂੰ ਸਕੂਨ ਪ੍ਰਾਪਤ ਹੁੰਦਾ ਹੈ। ਜਦੋਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਸਾਹਿਬ ਸ਼ਹਿਰ ਵਸਾਇਆ ਸੀ ਤੇ ਗਰੀਬ ਨਵਾਜ ਪਾਤਸ਼ਾਹ ਨੇ ਉੱਥੋਂ ਕਈ ਜਿਹੜੇ ਮਨਮਤੀਏ ਸੀ, ਮਨਮੁਖ ਸਨ, ਉਹਨਾਂ ਨੂੰ ਸ਼ਹਿਰ ਵਿੱਚੋਂ ਬਾਹਰ ਕੱਢ ਦਿੱਤਾ। ਕਈ ਰੁੱਸ ਗਏ, ਕਈ ਵਸ ਗਏ ਤੇ ਕਈ ਉੱਥੋਂ ਆਪਣਾ ਟਿੰਡ ਫੋੜੀ ਚੁੱਕ ਕੇ ਤੇ ਚੱਲਦੇ ਬਣੇ। ਕਿਉਂਕਿ ਗੁਰੂ ਸਾਹਿਬ ਦੇ ਨਗਰ ਵਿੱਚ ਕਰਮਾਂ ਭਾਗਾਂ ਵਾਲਾ ਹੀ ਰਹਿ ਸਕਦਾ ਹੈ। ਹਾਰੀ ਸਾਰੀ ਦੇ ਵਸ ਦੀ ਗੱਲ ਨਹੀਂ ਹੈ ਕਿ ਸਤਿਗੁਰੂ ਦੇ ਵਸਾਏ ਨਗਰਾਂ ਦੇ ਵਿੱਚ ਵਸ ਸਕੇ। ਜਦੋਂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਨੇ ਅੰਮ੍ਰਿਤਸਰ ਨਗਰ ਦੀ ਇਸ ਤਰ੍ਹਾਂ ਵਸੋਂ ਕੀਤੀ ਤੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ
ਉਸ ਬਾਬਤ ਪਾਵਨ ਬਾਣੀ ਦੇ ਵਿੱਚ ਬਚਨ ਫਰਮਾਇਆ ਕਿ ਪੰਚ ਮਨਾਏ, ਪੰਚ ਰਸਾਏ, ਪੰਚ ਵਸਾਏ, ਪੰਚ ਗਵਾਏ, ਇਨ ਬਿਦ ਨਗਰ ਵੁੱਠਾ ਮੇਰੇ ਭਾਈ, ਦੁਰਤ ਗਿਆ ਗੁਰ ਗਿਆਨ ਦ੍ਰਿੜਾਈ। ਤੇ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ 52 ਕਿਸਮ ਦੇ ਹੁਨਰਮੰਦ ਲੋਕ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਲਿਆ ਕੇ ਵਸਾਏ ਸੀ ਸ਼ਹਿਰ ਦੀ ਤਰੱਕੀ ਵਾਸਤੇ। ਫਿਰ ਹੋਰ ਵੀ ਕਈ ਪ੍ਰਕਾਰ ਦੀਆਂ ਖੂਬੀਆਂ ਸਨ, ਕਿਉਂਕਿ ਉਦੋਂ ਦੇ ਸਮੇਂ ਦਾ ਰਿਵਾਜ ਸੀ ਕਿ ਸ਼ੂਦਰਾਂ ਨੂੰ ਸ਼ਹਿਰ ਦੇ ਲਹਿੰਦੇ ਵਾਲੇ ਪਾਸੇ ਰੱਖਿਆ ਜਾਂਦਾ ਸੀ। ਤੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਅਖੌਤੀ ਸ਼ੂਦਰਾਂ ਨੂੰ ਚੜ੍ਹਦੇ ਪਾਸੇ ਵਸਾਇਆ ਸੀ। ਅੱਜ ਵੀ ਅੰਮ੍ਰਿਤਸਰ ਦਾ ਮੋਚੀ ਬਾਜ਼ਾਰ ਇਸ ਗੱਲ ਦਾ ਗਵਾਹ ਹੈ ਕਿ ਗੁਰੂ ਰਾਮਦਾਸ ਪਾਤਸ਼ਾਹ ਗਰੀਬਾਂ ਨੂੰ ਨਿਵਾਜਣ ਵਾਲੇ ਹਨ। ਮਹਾਰਾਜ ਨੇ ਚੜ੍ਹਦੇ ਪਾਸੇ, ਜਿਨ੍ਹਾਂ ਜਾਤਾਂ ਨਾਲ ਨਫ਼ਰਤ ਕਰਕੇ ਲਹਿੰਦੇ ਪਾਸੇ ਵਸਾਉਂਦੇ ਸੀ, ਉਹਨਾਂ ਨੂੰ ਸਤਿਗੁਰਾਂ ਨੇ ਚੜ੍ਹਦੇ ਵਾਲੇ ਪਾਸੇ ਵਸਾਇਆ ਹੈ। ਐਸੇ ਗੁਰੂ ਗਰੀਬ ਨਵਾਜ, ਕਲਗੀਧਰ ਪਾਤਸ਼ਾਹ ਪੰਥ ਦੇ ਵਾਲੀ, ਪੁੱਤਰਾਂ ਦੇ ਦਾਨੀ, ਦੇਗ ਤੇਗ ਦੇ ਧਨੀ, ਬਚਨ ਦੇ ਬਲੀ, ਕਲਮ ਦੇ ਲਿਖਾਰੀ, ਜ਼ੁਲਮ ਦੇ ਸ਼ਿਕਾਰੀ, ਨੀਲੇ ਦੇ ਸ਼ਾਹ ਅਸਵਾਰ, ਖਾਲਸਾ ਫੌਜਾਂ ਦੇ ਸਰਦਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਅਬਚਲ ਨਗਰ ਨੰਦੇੜ ਨੂੰ ਨਿਵਾਜਿਆ ਹੈ। ਆਪਣੀਆਂ ਬਖਸ਼ਿਸ਼ਾਂ ਦੇ ਕੇ ਇਥੋਂ ਦੀ ਧਰਤੀ ਨੂੰ ਮੁਅੱਤਰ ਕੀਤਾ ਹੈ। ਕਣ ਕਣ ਦੇ ਵਿੱਚ, ਇਥੋਂ ਦੀ ਫਿਜ਼ਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਲਾਹੀ ਨੂਰ ਸਮਾਇਆ ਹੋਇਆ ਹੈ। ਦਰਸ਼ਨ ਕਰਕੇ ਭੁੱਖਾਂ ਲੈਂਦੀਆਂ ਨੇ, ਆਤਮਾ ਨੂੰ ਸਕੂਨ ਮਿਲਦਾ ਹੈ। ਇੱਕ ਵਾਰ ਦਰਸ਼ਨ ਕਰਨ ਵਾਸਤੇ ਆ ਜਾਈਏ ਤੇ ਵਾਪਸ ਜਾਣ ਨੂੰ ਜੀ ਨਹੀਂ ਕਰਦਾ। ਇਸ ਧਰਤੀ ਦੇ ਉੱਪਰ ਸਤਿਗੁਰੂ ਮਹਾਰਾਜ ਜੀ ਦੀਆਂ ਮਹਾਨ ਬਰਕਤਾਂ ਹਨ। ਆਪ ਜੀ ਬਹੁਤ ਭਾਗਾਂ ਵਾਲੇ ਹੋ, ਗੁਰੂ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਬੈਠ ਕੇ ਹਰ ਰੋਜ਼ ਦੀ ਤਰ੍ਹਾਂ ਪਾਵਨ ਬਾਣੀ ਦੀ ਕਥਾ ਵਿਚਾਰ ਸਰਵਣ ਕਰਦੇ ਹੋ। ਆਓ ਲੜੀਵਾਰ ਗੁਰਬਾਣੀ ਵਿਚਾਰ ਨਾਲ ਜੁੜੀਏ। ਸਰਬੱਤ ਸੰਗਤ ਅਦਬ ਸਤਕਾਰ ਸਹਿਤ ਉਚਾਰਨ ਕਰੋ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਗੁਆਰੇਰੀ ਮਹੱਲਾ ਪੰਜਵਾ। ਗੌੜੀ ਰਾਗ ਅੰਦਰ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਤਰਨ ਗਗਨ ਨਵ ਖੰਡ ਮਹਿ ਜੋਤ ਸਰੂਪੀ ਰਹਿਓ ਪਰ, ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਭੱਟ ਮਥੁਰਾ ਜੀ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦਾ ਪ੍ਰਤੱਖ ਸਰੂਪ ਹਨ। ਜੇ ਕਿਸੇ ਨੇ ਧਰਤੀ ਉੱਪਰ ਪ੍ਰਮਾਤਮਾ ਦੇ ਦਰਸ਼ਨ ਕਰਨੇ ਹੋਣ ਤੇ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਦਰਸ਼ਨ ਕਰੇ। ਸਹਿਬ ਸਤਿਗੁਰੂ ਜੀ ਗਰੀਬ ਨਵਾਜ ਪਾਤਸ਼ਾਹ ਗੌੜੀ ਰਾਗ ਅੰਦਰ ਪਾਵਨ ਸ਼ਬਦ ਦੀ ਬਖਸ਼ਿਸ਼ ਕਰਦੇ ਹਨ। ਵਿਆਪਤ ਹਰਖ ਸੋਗ ਬਿਸਥਾਰ। ਅੱਜ ਦੇ ਸ਼ਬਦ ਵਿੱਚ ਗਰੀਬ ਨਵਾਜ ਜੀ ਸਿਧਾਂਤ ਬਖਸ਼ਦੇ ਨੇ ਕਿ ਮਾਇਆ ਚਾਰ ਚੁਫੇਰੇ ਫੈਲੀ ਹੋਈ ਹੈ। ਫਿਰ ਮਾਇਆ ਦੇ ਬਹੁਤ ਰੂਪ ਨੇ। ਜੇ ਮਾਇਆ ਦਾ ਇੱਕ ਰੂਪ ਹੋਵੇ ਤੇ ਬੰਦਾ ਇਹਦੇ ਤੋਂ ਸੁਚੇਤ ਹੋ ਜਾਵੇ, ਪਰ ਮਾਇਆ ਦੇ ਅਨੇਕਾਂ ਰੂਪ ਹੋਣ ਕਰਕੇ ਕਿਸੇ ਨਾ ਕਿਸੇ ਰੂਪ ਵਿੱਚ ਮਾਇਆ ਜੀਵ ਦੇ ਉੱਪਰ ਪ੍ਰਭਾਵ ਪਾ ਹੀ ਜਾਂਦੀ ਹੈ। ਸ਼ਬਦ ਦੀ ਰਹਾਉ ਵਾਲੀ ਤੁਕ ਹੈ ਕਿ ਮਾਇਆ ਵਿਆਪਤ ਬਹੁ ਪ੍ਰਕਾਰੀ। ਮਾਇਆ ਕਈ ਤਰ੍ਹਾਂ ਨਾਲ ਸੰਸਾਰ ਦੇ ਵਿੱਚ ਫੈਲੀ ਹੋਈ ਹੈ। ਵਿਆਪਤ ਦਾ ਅਰਥ ਹੈ ਫੈਲਿਆ ਹੋਇਆ ਜਾਂ ਫੈਲ ਜਾਣਾ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮਾਇਆ ਐਸ ਕਦਰ ਸੰਸਾਰ ਦੇ ਵਿੱਚ ਫੈਲੀ ਹੈ ਜਿਵੇਂ ਮਾਨੋ ਕਿ ਕੋਈ ਮਛੇਰਾ ਮੱਛੀਆਂ ਨੂੰ ਪਕੜਨ ਵਾਸਤੇ ਸਮੁੰਦਰ ਦੇ ਵਿੱਚ ਜਾਲ ਵਿਛਾਉਂਦਾ ਹੈ, ਅਥਵਾ ਕੋਈ ਸ਼ਿਕਾਰੀ ਪੰਛੀਆਂ ਨੂੰ ਫੜਨ ਵਾਸਤੇ ਧਰਤੀ ਦੇ ਉੱਪਰ ਜਾਲ ਵਿਛਾ ਕੇ ਉੱਪਰ ਚੋਗਾ ਖਿਲਾਰ ਦਿੰਦਾ ਹੈ। ਸਾਹਿਬ ਦਾ ਬਚਨ ਹੈ, ਮਾਇਆ ਜਾਲ ਪਸਾਰਿਆ ਭੀਤਰ ਚੋਗ ਬਣਾਏ, ਤ੍ਰਿਸ਼ਨਾ ਪੰਖੀ ਫਾਸਿਆ ਨਿਕਸ ਨਾ ਪਾਏ ਮਾਏ। ਮਾਇਆ ਮਾਨੋ ਕਿ ਇੱਕ ਜਾਲ ਹੈ ਤੇ ਇਸ ਜਾਲ ਦੇ ਉੱਪਰ ਵਿਸ਼ੇ ਵਿਕਾਰਾਂ ਦਾ ਚੋਗਾ ਖਿਲਾਰਿਆ ਹੋਇਆ ਹੈ।
ਜਿਹੜਾ ਤ੍ਰਿਸ਼ਨਾਲੂ ਮਨੁੱਖ ਪੰਛੀ ਦੀ ਨਿਆਈ ਇਸ ਚੋਗ ਨੂੰ ਚੁਗਣ ਵਾਸਤੇ ਆਉਂਦਾ ਹੈ, ਉਹ ਹੱਸਦਾ ਹੱਸਦਾ ਚੋਗ ਚੁਗਦਾ ਹੈ, ਪਰ ਪਤਾ ਹੀ ਨਹੀਂ ਲੱਗਦਾ ਕਦੋਂ ਇਸ ਜਾਲ ਦੇ ਵਿੱਚ ਫਸ ਜਾਂਦਾ ਹੈ। ਗੁਰਬਾਣੀ ਦਾ ਬਚਨ ਹੈ ਕਿ ਜਾਲ ਪਸਾਰ ਚੋਗ ਵਿਸਥਾਰੀ ਪੰਖੀ ਜਿਉ ਫਾਹਾਵਤ ਹੈ। ਜਿਵੇਂ ਪੰਛੀ ਜਾਲ ਵਿੱਚ ਫਸ ਜਾਂਦਾ ਹੈ, ਇਸੇ ਤਰ੍ਹਾਂ ਜੀਵ ਮਾਇਆ ਰੂਪੀ ਜਾਲ ਦੇ ਵਿੱਚ ਫਸ ਜਾਂਦਾ ਹੈ। ਸਾਧ ਸੰਗਤ ਜੀ, ਮਾਇਆ ਦੀ ਵਿਆਖਿਆ ਸ਼ਾਸਤਰਾਂ ਦੇ ਵਿੱਚ ਬੜੇ ਵਿਸਥਾਰ ਦੇ ਨਾਲ ਕੀਤੀ ਹੈ। ਮਾਇਆ ਨੂੰ ਸ਼ਾਸਤਰਕਾਰਾਂ ਨੇ ਅਨਰਵਚਨੀ ਵੀ ਆਖਿਆ ਹੈ। ਅਨਰਵਚਨੀ ਤੋਂ ਭਾਵ ਹੈ ਕਿ ਨਾ ਸੱਤ ਹੈ ਤੇ ਨਾ ਅਸੱਤ ਹੈ। ਸੰਸਾਰ ਦੀ ਜਦੋਂ ਚਹਿਲ ਪਹਿਲ ਵੇਖਦੇ ਹਾਂ ਤੇ ਸੰਸਾਰ ਸੱਚਾ ਪ੍ਰਤੀਤ ਹੁੰਦਾ ਹੈ, ਪਰ ਜਦੋਂ ਸੰਸਾਰ ਦਾ ਨਾਸਵੰਤ ਹੋਣਾ ਵੇਖਦੇ ਹਾਂ ਤੇ ਸੰਸਾਰ ਝੂਠਾ ਪ੍ਰਤੀਤ ਹੁੰਦਾ ਹੈ। ਇਸ ਦੁਬਿਧਾ ਦੇ ਵਿੱਚ ਸ਼ਾਸਤਰਕਾਰ ਵੀ ਕਹਿੰਦੇ ਨੇ ਅਸੀਂ ਮਾਇਆ ਨੂੰ ਸੱਤ ਕਹੀਏ ਜਾਂ ਅਸੱਤ ਕਹੀਏ, ਇੱਕ ਫੈਸਲਾ ਅਸੀਂ ਨਹੀਂ ਕਰ ਸਕਦੇ। ਇਸ ਕਰਕੇ ਮਾਇਆ ਨੂੰ ਇੱਕ ਤੀਜਾ ਨਾਮ ਦਿੱਤਾ ਗਿਆ ਹੈ ਅਨਰਵਚਨੀ, ਕਿ ਨਾ ਸੱਤ ਹੈ ਨਾ ਅਸੱਤ ਹੈ। ਪਰੰਤੂ ਇਹ ਮਾਇਆ ਪ੍ਰਭਾਵਸ਼ਾਲੀ ਬਹੁਤ ਹੈ। ਹਰੇਕ ਜੀਵ ਦੇ ਉੱਪਰ ਇਹਨੇ ਆਪਣਾ ਗਲਬਾ ਪਾਇਆ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਵਿੱਚ ਭਗਤ ਕਬੀਰ ਜੀ ਦਾ ਪਾਵਨ ਬਚਨ ਹੈ ਕਿ ਮੈਨੂੰ ਪ੍ਰਭਾਵਿਤ ਕਰਨ ਵਾਸਤੇ ਮਾਇਆ ਕਈ ਰੂਪ ਧਾਰ ਕੇ ਆਈ, ਪਰ ਮੇਰੇ ਤੇ ਗੁਰਦੇਵ ਦੀ ਬੜੀ ਬੇਅੰਤ ਕਿਰਪਾ ਸੀ। ਮਾਇਆ ਨੇ ਚਾਰਾ ਬੜਾ ਕੀਤਾ, ਪਰ ਮੇਰੇ ਉੱਪਰ ਕੋਈ ਅਸਰ ਨਹੀਂ ਪਾ ਸਕੀ। ਸੱਚ ਹੈ, ਜਦੋਂ ਗੁਰੂ ਸਾਹਿਬ ਤਰਫਦਾਰੀ ਕਰਦੇ ਹੋਣ, ਜਦੋਂ ਗੁਰੂ ਸਾਹਿਬ ਪਿੱਠ ਥਾਪੜਦੇ ਹੋਣ, ਉਦੋਂ ਮਾਇਆ ਦੀ ਹੈਸੀਅਤ ਨਹੀਂ, ਮਾਇਆ ਦੀ ਇਤਨੀ ਔਕਾਤ ਨਹੀਂ ਕਿ ਉਸ ਜੀਵ ਦੇ ਉੱਪਰ ਆਪਣਾ ਪ੍ਰਭਾਵ ਪਾ ਸਕੇ। ਕਬੀਰ ਆਈ ਮੁਝ ਹੈ ਪਹਿ, ਅਨਕ ਕਰੇ ਕਰ ਭੇਸ, ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ। ਜਿਹੜੀ ਮਾਇਆ ਮੈਨੂੰ ਆਪਣੇ ਪ੍ਰਭਾਵ ਵਿੱਚ ਲਿਆਉਣ ਵਾਸਤੇ ਮੇਰੇ ਕੋਲ ਕਈ ਰੂਪ ਧਾਰ ਕੇ ਆਈ ਸੀ, ਉਸ ਮਾਇਆ ਤੋਂ ਮੈਨੂੰ ਮੇਰੇ ਗੁਰਦੇਵ ਨੇ ਬਚਾ ਲਿਆ। ਕਹਿੰਦੇ ਨੇ ਇੱਕ ਵਾਰ ਮਾਇਆ ਦਾ, ਲక్ష్ਮੀ ਦਾ ਤੇ ਭਗਵਾਨ ਵਿਸ਼ਨੂੰ ਦਾ ਆਪਸ ਵਿੱਚ ਵਿਵਾਦ ਹੋ ਗਿਆ। ਮਾਇਆ ਨੇ ਆਖਿਆ ਕਿ ਲੋਕ ਮੇਰੀ ਪੂਜਾ ਕਰਦੇ ਨੇ, ਈਵਨ ਕਿ ਜਿਹੜੇ ਤੇਰੇ ਭਗਤ ਹੋਣ ਦਾ ਦਿਖਾਵਾ ਕਰਦੇ ਨੇ ਉਹ ਵੀ ਦਿਲੋਂ ਮੇਰੀ ਹੀ ਪੂਜਾ ਕਰਦੇ ਨੇ, ਮਨ ਕਰਕੇ ਉਹ ਮੇਰੇ ਨਾਲ ਹੀ ਜੁੜੇ ਹੋਏ ਨੇ। ਤੇ ਵਿਸ਼ਨੂੰ ਜੀ ਕਹਿਣ ਲੱਗੇ, ਮਾਇਆ ਲక్ష్ਮੀ ਇਹ ਤੇਰਾ ਭੁਲੇਖਾ ਹੈ। ਸੰਤ ਜਨ ਮਾਇਆ ਤੋਂ ਨਿਰਲੇਪ ਰਹਿੰਦੇ ਨੇ, ਮਾਇਆ ਉਹਨਾਂ ਉੱਪਰ ਪ੍ਰਭਾਵ ਨਹੀਂ ਪਾ ਸਕਦੀ। ਤੇ ਮਾਇਆ ਤੇ ਵਿਸ਼ਨੂੰ ਭਗਵਾਨ ਦੀ ਆਪਸ ਵਿੱਚ ਸ਼ਰਤ ਲੱਗ ਗਈ। ਦੇਖਦੇ ਹਾਂ ਲੋਕ ਕਿਸ ਦਾ ਪ੍ਰਭਾਵ ਕਬੂਲਦੇ ਨੇ। ਮਾਇਆ ਨੇ ਇੱਕ ਸੋਹਣੀ ਸੁੰਦਰ ਰਾਣੀ ਦਾ ਸਰੂਪ ਧਾਰਨ ਕੀਤਾ ਤੇ ਨਾਲ ਆਪਣੇ ਕੁਝ ਗੋਲੀਆਂ ਲੈ ਲਈਆਂ। ਇੱਕ ਫਕੀਰ ਦਾ ਜਾ ਕੇ ਦਰਵਾਜ਼ਾ ਖੜਕਾਇਆ ਤੇ ਕਹਿਣ ਲੱਗੇ, ਸਾਨੂੰ ਛਕਣ ਵਾਸਤੇ ਜਲ ਚਾਹੀਦਾ ਹੈ। ਜਦੋਂ ਗੋਲੀਆਂ ਨੇ ਆਖਿਆ ਕਿ ਛਕਣ ਵਾਸਤੇ ਸਾਡੀ ਮਹਾਰਾਣੀ ਨੂੰ ਜਲ ਚਾਹੀਦਾ ਹੈ, ਫਕੀਰ ਨੇ ਆਖਿਆ ਠੀਕ ਹੈ, ਮੇਰੇ ਕੋਲ ਘੜੇ ਦੇ ਵਿੱਚ ਕੁਝ ਜਲ ਪਿਆ, ਜੇ ਤੁਹਾਨੂੰ ਜ਼ਰੂਰਤ ਹੈ ਤੇ ਤੁਸੀਂ ਛਕ ਲਵੋ। ਉਹ ਕਹਿੰਦੀ ਛਕਾਂਗੀਆਂ ਜ਼ਰੂਰ, ਪਰ ਅਸੀਂ ਆਪਣੇ ਬਰਤਨਾਂ ਦੇ ਵਿੱਚ ਪਾ ਕੇ ਇਸ ਜਲ ਨੂੰ ਛਕਣਾ ਹੈ। ਤੇ ਜਦੋਂ ਉਹਨਾਂ ਨੇ ਆਪਣਾ ਬਰਤਨ ਇੱਕ ਗਲਾਸ ਕੱਢਿਆ ਤੇ ਸੋਨੇ ਦਾ ਗਲਾਸ ਸੀ, ਸੋਨੇ ਦੇ ਗਲਾਸ ਵਿੱਚ ਪਾ ਕੇ ਪਾਣੀ ਪੀਤਾ ਤੇ ਬਾਅਦ ਵਿੱਚ ਸੋਨੇ ਦਾ ਗਲਾਸ ਫਕੀਰ ਦੀ ਝੌਂਪੜੀ ਦੇ ਅੱਗੇ ਸੁੱਟ ਦਿੱਤਾ। ਉਹ ਫਕੀਰ ਸਾਧੂ ਮਹਾਤਮਾ ਕਹਿਣ ਲੱਗੇ ਕਿ ਇਹ ਤੁਹਾਡਾ ਗਲਾਸ ਨਾਲ ਲੈ ਜਾਓ। ਕਹਿੰਦੇ ਜੀ ਨਹੀਂ, ਸਾਡੀ ਰਾਣੀ ਦਾ ਅਸੂਲ ਹੈ ਕਿ ਇੱਕ ਵਾਰ ਜਿੰਨਾ ਬਰਤਨਾਂ ਦੇ ਵਿੱਚ ਕੁਝ ਛਕ ਲਵੇ, ਦੂਸਰੀ ਵਾਰ ਨਹੀਂ ਛਕਦੀ। ਤੇ ਫਕੀਰ ਦਾ ਜਿਹੜਾ ਪਰਿਵਾਰ ਸੀ, ਉਹ ਸਾਧੂ ਦਾ, ਉਹਨਾਂ ਨੇ ਸੋਚਿਆ ਕਿ ਜੇ ਇਸ ਤਰ੍ਹਾਂ ਦੀ ਮਹਾਰਾਣੀ 2-4 ਦਿਨ ਵੀ ਸਾਡੇ ਘਰ ਵਿੱਚ ਰੁਕ ਜਾਵੇ ਤੇ ਅਸੀਂ ਤੇ ਬੜੇ ਮਾਲਾ ਮਾਲ ਹੋ ਜਾਵਾਂਗੇ।
ਕਿਉਂਕਿ ਦੂਸਰੀ ਵਾਰ ਇਹਨੇ ਬਰਤਨ ਵਰਤਣਾ ਨਹੀਂ ਤੇ ਹਮੇਸ਼ਾ ਭਾਂਡਾ ਵਰਤਣਾ ਵੀ ਸੋਨੇ ਦਾ ਹੈ। ਇਹ ਸੋਚ ਕੇ ਬੇਨਤੀ ਕੀਤੀ ਕਿ 2-4 ਦਿਨ ਤੁਸੀਂ ਸਾਡੇ ਘਰ ਵਿੱਚ ਰੁਕ ਜਾਓ। ਮਾਇਆ ਨੇ ਜੋ ਰਾਣੀ ਦਾ ਰੂਪ ਧਾਰਨ ਕੀਤਾ ਸੀ, ਆਪਣੀਆਂ ਗੋਲੀਆਂ ਦੇ ਸਮੇਤ ਉਹਨਾਂ ਦੇ ਘਰੇ ਵਿਸ਼ਰਾਮ ਕੀਤਾ, ਭੋਜਨ ਪ੍ਰਸ਼ਾਦਾ ਛਕਿਆ। ਜਿਹੜੇ ਜੂਠੇ ਬਰਤਨ ਹੁੰਦੇ ਸੀ ਸੋਨੇ ਦੇ, ਉਹਨਾਂ ਨੂੰ ਸੁੱਟ ਦੇਣਾ ਤੇ ਸਾਧੂ ਦੇ ਪਰਿਵਾਰ ਨੇ, ਉਹਦੇ ਚੇਲੇ ਚਾਟੜਿਆਂ ਨੇ ਸਭ ਕੁਝ ਸਾਂਭ ਲੈਣਾ। ਤੇ ਆਖਰਕਾਰ ਜਦੋਂ 2-4 ਦਿਨਾਂ ਬਾਅਦ ਮਾਇਆ ਘਰ ਵਿੱਚੋਂ ਗਈ ਤੇ ਮਾਇਆ ਨੂੰ ਵਿਦਾ ਕਰਕੇ ਜਦੋਂ ਘਰ ਅੰਦਰ ਵਾਪਸ ਮੁੜੇ ਤੇ ਜਿੰਨੇ ਬਰਤਨ ਜਮ੍ਹਾਂ ਕਰਕੇ ਰੱਖੇ ਸੀ ਉਹ ਸਾਰੇ ਗਾਇਬ ਹੋ ਚੁੱਕੇ ਸੀ, ਉਹਨਾਂ ਵਿੱਚੋਂ ਕੁਝ ਵੀ ਨਹੀਂ ਸੀ ਬਚਿਆ। ਕਿਉਂਕਿ ਸਾਧ ਸੰਗਤ ਜੀ, ਮਾਇਆ ਦਾ ਜਿਹੜਾ ਸੁੱਖ ਪ੍ਰਾਪਤ ਕਰ ਲੈਂਦਾ ਹੈ, ਸਮਝੋ ਕਿ ਉਸਨੇ ਮਾਇਆ ਦੀ ਛਾਇਆ ਨੂੰ ਮਾਣ ਲਿਆ ਹੈ। ਗੁਰਬਾਣੀ ਦੇ ਵਿੱਚ ਮਾਇਆ ਨੂੰ ਛਾਇਆ ਆਖਿਆ ਹੈ। ਛਾਇਆ ਮਤਲਬ ਪਰਛਾਵਾਂ, ਤੇ ਪਰਛਾਵੇਂ ਦਾ ਆਨੰਦ ਤੇ ਮਾਣਿਆ ਜਾ ਸਕਦਾ ਹੈ। ਰੁੱਖ ਦੀ ਛਾਂ ਥੱਲੇ ਬੈਠ ਕੇ ਅਸੀਂ ਸੁੱਖ ਤੇ ਲੈ ਸਕਦੇ ਹਾਂ, ਪਰ ਰੁੱਖ ਦੀ ਛਾਂ ਦੀਆਂ ਪੰਡਾਂ ਬੰਨ੍ਹ ਕੇ ਨਾਲ ਨਹੀਂ ਲਿਜਾ ਸਕਦੇ। ਇਹ ਅਸੂਲ ਹੈ। ਜਦੋਂ ਮਾਇਆ ਦੀਆਂ ਪੰਡਾਂ ਬੰਨ੍ਹ ਕੇ ਕੋਈ ਨਾਲ ਖੜਨ ਦੀ ਕੋਸ਼ਿਸ਼ ਕਰਦਾ ਹੈ ਤੇ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਨੇ, ਚੱਲੇ ਜੁਆਰੀ ਦੋਏ ਹੱਥ ਝਾਰ, ਇਸ ਨੂੰ ਤੂੰ ਨਾਲ ਨਹੀਂ ਲਿਜਾ ਸਕੇਗਾ। ਦੇਖਦਿਆਂ ਹੀ ਮਾਇਆ ਧੋਏ ਗਈ, ਪਛਤਹਿ ਪਛਤਾਇਆ। ਇਹ ਤਾਂ ਤੇਰੇ ਵੇਂਦਿਆਂ ਵੇਂਦਿਆਂ ਹੀ ਤੇਰੇ ਹੱਥੋਂ ਨਿਕਲ ਜਾਵੇਗੀ। ਤੇ ਵਿਸ਼ਨੂੰ ਜੀ ਨੂੰ ਮਾਇਆ ਨੇ ਆਖਿਆ ਕਿ ਦੇਖਿਆ ਤੇਰੇ ਭਗਤ ਨੇ ਮੇਰੀ ਕਿੰਨੀ ਆਓ ਭਗਤ ਕੀਤੀ, ਕਿੰਨੀ ਸੇਵਾ ਕੀਤੀ। ਤੇ ਵਿਸ਼ਨੂੰ ਜੀ ਮੁਸਕਰਾ ਕੇ ਕਹਿਣ ਲੱਗੇ, ਲక్ష్ਮੀ, ਅਸਲ ਵਿੱਚ ਇਹ ਮੇਰਾ ਭਗਤ ਨਹੀਂ ਸੀ, ਇਹ ਭਗਤ ਹੀ ਤੇਰਾ ਸੀ। ਇਹ ਤੇਰੀ ਪ੍ਰਾਪਤੀ ਵਾਸਤੇ ਹੀ ਨਾਮ ਜਪਦਾ ਸੀ, ਤੇਰੀ ਪ੍ਰਾਪਤੀ ਵਾਸਤੇ ਹੀ ਬੰਦਗੀ ਕਰਦਾ ਸੀ। ਕਿਉਂਕਿ ਸੰਪੈ ਕੋ ਈਸਰ ਧਿਆਈਐ, ਸੰਪੈ ਪੁਰਬ ਲਿਖੇ ਕੀ ਪਾਈਐ। ਇਹ ਤੇਰਾ ਹੀ ਭਗਤ ਸੀ। ਤੇ ਜੇ ਤੇਰੇ ਮਨ ਵਿੱਚ ਕੋਈ ਸ਼ੱਕ ਸ਼ੁਭਾ ਹੈ, ਤੇਰੇ ਮਨ ਵਿੱਚ ਕੋਈ ਸ਼ੰਕਾ ਹੈ ਕਿ ਕੋਈ ਸੱਚਾ ਭਗਤ ਹੁੰਦਾ ਹੀ ਨਹੀਂ, ਤੇ ਮੇਰਾ ਸੱਚਾ ਭਗਤ ਹੈ ਕਬੀਰ, ਉਹਦੇ ਕੋਲ ਇੱਕ ਵਾਰੀ ਜਾ। ਮਾਇਆ ਨੇ ਸੁੰਦਰ ਇਸਤਰੀ ਦਾ ਰੂਪ ਧਾਰਨ ਕੀਤਾ, ਹਾਰ ਸ਼ਿੰਗਾਰ ਸਰੀਰ ਦੇ ਉੱਪਰ ਕਰ ਲਏ। ਜਦੋਂ ਕਬੀਰ ਸਾਹਿਬ ਜੀ ਦੇ ਕੋਲ ਗਈ ਤੇ ਕਬੀਰ ਜੀ ਉਸ ਵਕਤ ਤਾਣੀ ਬੁਣ ਰਹੇ ਸੀ, ਤੇ ਬੁਣਦਿਆਂ ਬੁਣਦਿਆਂ ਮਾਇਆ ਦਾ ਸਰੂਪ ਉਹਨਾਂ ਨੇ ਪਛਾਣ ਲਿਆ। ਕਿਉਂਕਿ ਬੇਸ਼ੱਕ ਮਾਇਆ ਬੜੇ ਪਰਦੇ ਪਾ ਕੇ, ਬੜੇ ਰੂਪ ਧਾਰ ਕੇ ਆਉਂਦੀ ਹੈ, ਪਰ ਭਗਤ ਜਨਾਂ ਤੋਂ ਗੁੱਝੀ ਨਹੀਂ ਰਹਿੰਦੀ, ਉਹ ਪਛਾਣ ਹੀ ਲੈਂਦੇ ਨੇ। ਤੇ ਆਪਣੇ ਪੁੱਤਰ ਕਮਾਲੇ ਨੂੰ ਕਹਿਣ ਲੱਗੇ, ਕਮਾਲਿਆ, ਜਾ ਘਰੋਂ ਛੁਰੀ ਲੈ ਕੇ ਆ, ਚਾਕੂ ਲੈ ਕੇ ਆ। ਮਾਇਆ ਦਾ ਨੱਕ ਵੀ ਵੱਢ ਦਿੱਤਾ, ਮਾਇਆ ਦੇ ਕੰਨ ਵੀ ਵੱਢ ਦਿੱਤੇ। ਨੱਕ ਹੋ ਕਾਟੀ, ਕੰਨ ਹੋ ਕਾਟੀ, ਕਾਟ ਕੂਟ ਕੈ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਭਗਤ ਕਬੀਰ ਸਾਹਿਬ ਨੇ ਮਾਇਆ ਦਾ ਨੱਕ ਕੰਨ ਕੱਟ ਕੇ ਉਸ ਨੂੰ ਭਜਾ ਦਿੱਤਾ। ਸਾਧ ਸੰਗਤ ਜੀ, ਇਹ ਤਾਂ ਹੈ ਸਾਖੀਕਾਰਾਂ ਨੇ ਇਸ ਢੰਗ ਦੇ ਨਾਲ ਸਾਖੀ ਨੂੰ ਬਿਆਨ ਕੀਤਾ ਕਿ ਨੱਕ ਤੇ ਕੰਨ ਵੱਢ ਦਿੱਤਾ। ਜੇ ਅੰਤਰੀਵ ਭਾਵ ਦੇ ਵਿੱਚ ਵੇਖੀਏ ਤੇ ਹੰਕਾਰੀ ਤੇ ਮਾਇਆਧਾਰੀ ਬੰਦੇ ਦੇ ਦੋ ਹੀ ਇੰਦਰੇ ਹੁੰਦੇ ਨੇ, ਨੱਕ ਤੇ ਕੰਨ। ਮਾਇਆਧਾਰੀ ਬੰਦਾ ਜੋ ਕੁਝ ਕਰਦਾ ਹੈ ਆਪਣਾ ਨੱਕ ਰੱਖਣ ਵਾਸਤੇ ਕਰਦਾ ਹੈ। ਜੇ ਧੀ ਦੇ ਵਿਆਹ ਤੇ 20-30 ਲੱਖ ਰੁਪਈਆ ਨਾ ਖਰਚਿਆ ਤੇ ਸਾਡਾ ਨੱਕ ਨਹੀਂ ਰਹਿਣਾ। ਜੇ 20-25 ਲੱਖ ਦੀ ਗੱਡੀ ਦੇ ਵਿੱਚ ਨਾ ਬੈਠਿਆ ਤੇ ਸਾਡਾ ਨੱਕ ਨਹੀਂ ਰਹਿਣਾ। ਚੰਗਾ ਆਲੀਸ਼ਾਨ ਬੰਗਲਾ ਬਣਾ ਕੇ ਜੇ ਉਹਦੇ ਵਿੱਚ ਵਸੋਂ ਨਾ ਕੀਤੀ ਤੇ ਸਾਡਾ ਨੱਕ ਨਹੀਂ ਰਹਿਣਾ। ਮਾਇਆਧਾਰੀ ਬੰਦਾ ਜੋ ਕੁਝ ਵੀ ਕਰਦਾ ਹੈ ਨੱਕ ਰੱਖਣ ਵਾਸਤੇ ਕਰਦਾ ਹੈ, ਤੇ ਨੱਕ ਰੱਖਣ ਵਾਸਤੇ ਜੋ ਕੁਝ ਵੀ ਉਹ ਕਰਦਾ ਹੈ ਉਹਦੀ ਕੰਨਾਂ ਦੇ ਨਾਲ ਵਡਿਆਈ ਵੀ ਸੁਣਨੀ ਚਾਹੁੰਦਾ ਹੈ। ਦੋ ਹੀ ਇੰਦਰੇ ਨੇ, ਨੱਕ ਤੇ ਕੰਨ, ਮਾਇਆਧਾਰੀ ਬੰਦੇ ਦੇ। ਨੱਕ ਰੱਖਣ ਵਾਸਤੇ ਹਰ ਕੰਮ ਕਰਦਾ ਹੈ। ਮਾਫ ਕਰਨਾ, ਕਈ ਵਾਰੀ ਧਰਮ ਕਰਮ ਵੀ ਨੱਕ ਰੱਖਣ ਵਾਸਤੇ ਹੀ ਕੀਤੇ ਜਾਂਦੇ ਨੇ। ਅਖੰਡ ਪਾਠ ਸਾਹਿਬ, ਗੁਰਮਤਿ ਸਮਾਗਮ ਤੇ ਇਸ ਤਰ੍ਹਾਂ ਦੇ ਕਈ ਧਰਮ ਕਰਮ, ਤੀਰਥ ਅਸਥਾਨਾਂ ਦੀ ਯਾਤਰਾ, ਗੁਰਧਾਮਾਂ ਦੀ ਸੇਵਾ,
ਤੇ ਮਾਇਆ ਆਦਿਕ ਦੇ ਕੇ ਸੇਵਾ ਕਰਨੀ, ਇਹ ਸੇਵਾ ਵੀ ਨੱਕ ਰੱਖਣ ਵਾਸਤੇ ਹੀ ਕੀਤੀ ਜਾਂਦੀ ਹੈ। ਤੇ ਭਗਤ ਕਬੀਰ ਸਾਹਿਬ ਕਹਿੰਦੇ, ਮੈਂ ਦੋਵਾਂ ਦੀ ਪਰਵਾਹ ਨਹੀਂ ਕਰਦਾ, ਨਾ ਤੇ ਨੱਕ ਰੱਖਣ ਵਾਸਤੇ ਕੋਈ ਕੰਮ ਕਰਦਾ ਹਾਂ ਤੇ ਨਾ ਹੀ ਕੰਨਾਂ ਦੇ ਨਾਲ ਉਹਦੀ ਸਿਫਤ ਸੁਣਦਾ ਮੈਂ ਚਾਹਵਾਨ ਹਾਂ। ਮੈਂ ਨੱਕ ਵੀ ਕੱਟ ਦਿੱਤਾ ਹੈ ਤੇ ਕੰਨ ਵੀ ਕੱਟ ਦਿੱਤਾ ਹੈ। ਨੱਕ ਹੋ ਕਾਟੀ, ਕੰਨ ਹੋ ਕਾਟੀ, ਕਾਟ ਕੂਟ ਕੈ ਡਾਰੀ। ਇਹ ਮਾਇਆ ਦਾ ਸਰੂਪ ਹੈ ਸਾਧ ਸੰਗਤ ਜੀ। ਵੈਸੇ ਤਾਂ ਸ਼ਾਸਤਰਕਾਰਾਂ ਨੇ ਬਹੁਤ ਇੰਜ ਕਹਿ ਲਈਏ ਕਿ ਡੂੰਘਾਈ ਦੇ ਨਾਲ ਮਾਇਆ ਦੀ ਵਿਆਖਿਆ ਕੀਤੀ ਹੈ, ਪਰੰਤੂ ਗੁਰਬਾਣੀ ਦੇ ਵਿੱਚ ਬੜੀ ਸੁਖੈਨ ਵਿਆਖਿਆ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਕੀਤੀ ਹੈ। ਸਾਹਿਬ ਕਹਿੰਦੇ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਮਾਇਆ ਦਾ ਅਸਲੀ ਸਰੂਪ ਕੀ ਹੈ ਕਿ ਜਿਹੜੀ ਚੀਜ਼, ਜਿਹੜੀ ਵਸਤੂ ਤੁਹਾਡੇ ਵਿੱਚ ਤੇ ਗੁਰੂ ਦੇ ਵਿੱਚ ਵਿੱਥ ਬਣਾਉਂਦੀ ਹੈ, ਤੁਹਾਨੂੰ ਗੁਰੂ ਨਾਲੋਂ ਦੂਰ ਕਰਦੀ ਹੈ, ਗਰੀਬ ਨਵਾਜ ਪਾਤਸ਼ਾਹ ਕਹਿੰਦੇ ਉਹੀ ਮਾਇਆ ਹੈ। ਇਹ ਫੈਸਲਾ ਤੁਸੀਂ ਖੁਦ ਕਰਨਾ ਹੈ। ਇਹ ਫੈਸਲਾ ਬੰਦੇ ਨੇ ਆਪ ਕਰਨਾ ਹੈ ਕਿ ਮੇਰੇ ਵਿੱਚ ਤੇ ਗੁਰੂ ਵਿੱਚ ਵਿੱਥ ਕਿਸ ਕਾਰਨ ਕਰਕੇ ਬਣ ਰਹੀ ਹੈ। ਜਿਸ ਕਾਰਨ ਕਰਕੇ ਵੀ ਗੁਰੂ ਨਾਲੋਂ ਤੂੰ ਦੂਰ ਹੋ ਰਿਹਾ ਹੈ, ਉਹੀ ਤੇਰੇ ਵਾਸਤੇ ਮਾਇਆ ਹੈ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਮਨ ਅੰਦਰ ਮੋਹ ਮਮਤਾ ਪੈਦਾ ਹੋ ਜਾਵੇ ਤੇ ਦਵੈਤ ਭਾਵ ਦੇ ਵਿੱਚ ਜੀਵ ਫਸ ਜਾਏ, ਇਹੀ ਮਾਇਆ ਦਾ ਅਸਲੀ ਸਰੂਪ ਹੈ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਿ ਹੇ ਭਾਈ, ਮਾਇਆ ਬੜੀ ਪ੍ਰਬਲ ਹੈ, ਵਿਆਪਤ ਹਰਖ ਸੋਗ ਵਿਸਥਾਰ। ਮਾਇਆ ਫੈਲੀ ਹੋਈ ਹੈ, ਮਾਇਆ ਵਿਆਪਦੀ ਹੈ। ਹਰ ਜੀਵ ਦੇ ਅੰਦਰ ਮਾਇਆ ਵਿਆਪਦੀ ਹੈ। ਕਿਸ ਢੰਗ ਨਾਲ? ਹਰਖ ਕਹੀਏ ਖੁਸ਼ੀ, ਸੋਗ ਕਹੀਏ ਗਮੀ। ਖੁਸ਼ੀ ਤੇ ਗਮੀ ਦੇ ਰੂਪ ਵਿੱਚ ਮਾਇਆ ਨੇ ਆਪਣਾ ਬੜਾ ਵਿਸਥਾਰ ਕੀਤਾ ਹੋਇਆ ਹੈ। ਭਾਵ ਕਿ ਚਾਰ ਚੁਫੇਰੇ ਫੈਲੀ ਹੋਈ ਹੈ। ਕੋਈ ਤਾਂ ਖੁਸ਼ੀਆਂ ਦੇ ਵਿੱਚ ਪੈ ਕੇ ਰੱਬ ਨੂੰ ਭੁੱਲ ਜਾਂਦਾ ਹੈ ਤੇ ਕੋਈ ਗਮੀ ਦੇ ਕਾਰਨ ਪਰਮਾਤਮਾ ਨੂੰ ਭੁੱਲ ਜਾਂਦਾ ਹੈ। ਖੁਸ਼ੀ ਭੁਲਾਵੇ ਜਾਂ ਗਮੀ ਭੁਲਾਵੇ, ਮਹਾਰਾਜ ਕਹਿੰਦੇ ਦੋਵੇਂ ਹੀ ਮਾਇਆ ਦੇ ਰੂਪ ਨੇ। ਕਿਉਂਕਿ ਪਿਆਰਿਓ, ਕਈ ਵਾਰੀ ਨਦੀ ਦੇ ਵਿੱਚੋਂ ਕੋਈ ਛੋਟਾ ਪਾਣੀ ਦਾ ਨਾਲਾ ਵੱਖਰਾ ਹੋ ਜਾਂਦਾ ਹੈ। ਨਦੀ ਦਾ ਪ੍ਰਵਾਹ ਚੱਲਦਾ ਜਾਂਦਾ ਤੇ ਇੱਕ ਪਾਣੀ ਦਾ ਨਾਲਾ ਉਹਦੇ ਚੋਂ ਵੱਖਰਾ ਹੋ ਜਾਂਦਾ, ਤੇ ਜਿਹੜਾ ਪਾਣੀ ਦਾ ਨਾਲਾ ਨਦੀ ਨਾਲੋਂ ਵੱਖਰਾ ਹੋ ਜਾਵੇ ਉਹ ਸਮੁੰਦਰ ਤੱਕ ਨਹੀਂ ਪਹੁੰਚਦਾ। ਨਦੀਆਂ ਵਾਹ ਵਿਸ਼ੁੰਨਿਆ, ਮੇਲਾ ਸੰਜੋਗੀ RAM। ਸਮੁੰਦਰ ਤੱਕ ਨਾ ਪਹੁੰਚਣ ਦੇ ਦੋ ਕਾਰਨ ਨੇ। ਇੱਕ ਤਾਂ ਇਹ ਕਿ ਜਿਹੜਾ ਨਾਲਾ ਨਦੀ ਦੇ ਨਾਲੋਂ ਵਿਛੜ ਗਿਆ ਹੈ, ਉਹਨੂੰ ਧਰਤੀ ਆਪਣੇ ਵਿੱਚ ਜਜ਼ਬ ਕਰ ਲੈਂਦੀ ਹੈ, ਕਿਉਂਕਿ ਉਹਦਾ ਵਹਾਅ ਇੰਨਾ ਤੇਜ਼ ਨਹੀਂ ਹੁੰਦਾ ਕਿ ਸਮੁੰਦਰ ਤੱਕ ਪਹੁੰਚ ਸਕੇ। ਤੇ ਦੂਸਰਾ, ਉਹਦੇ ਵਿੱਚ ਪਾਣੀ ਵੀ ਇੰਨੀ ਵੱਡੀ ਮਾਤਰਾ ਵਿੱਚ ਨਹੀਂ ਹੁੰਦਾ ਕਿ ਸਮੁੰਦਰ ਤੱਕ ਪਹੁੰਚ ਸਕੇ। ਨਦੀ ਨਾਲੋਂ ਵਿਛੜੇ ਹੋਏ ਨਾਲੇ ਨੂੰ ਜਾਂ ਤਾਂ ਧਰਤੀ ਆਪਣੇ ਵਿੱਚ ਜਜ਼ਬ ਕਰ ਲੈਂਦੀ ਹੈ ਤੇ ਜਾਂ ਫਿਰ ਸੂਰਜ ਦਾ ਪਾਣੀ ਉਸ ਨੂੰ ਸੋਖ ਲੈਂਦਾ ਹੈ। ਦੋ ਕਾਰਨ ਨੇ। ਦੋ ਕਾਰਨਾਂ ਕਰਕੇ ਨਾਲਾ ਸਮੁੰਦਰ ਤੱਕ ਨਹੀਂ ਪਹੁੰਚਦਾ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਸਿੱਖ ਸਿੱਖੀ ਰੂਪੀ ਨਦੀ ਦੇ ਨਾਲੋਂ ਵਿਛੜ ਗਿਆ, ਗੁਰੂ ਸਮੁੰਦ ਨਦੀ ਸਭ ਸਿੱਖੀ, ਨਾਤੈ ਜਿਤ ਵਡਿਆਈ। ਜਦੋਂ ਸਿੱਖ ਸਿੱਖੀ ਰੂਪੀ ਨਦੀ ਨਾਲੋਂ ਵਿਛੜ ਜਾਂਦਾ ਹੈ, ਜਾਂ ਤੇ ਉਸ ਨੂੰ ਸੁੱਖਾਂ ਰੂਪੀ ਧਰਤੀ ਆਪ ਦੇ ਵਿੱਚ ਜਜ਼ਬ ਕਰ ਲੈਂਦੀ ਹੈ ਤੇ ਜਾਂ ਫਿਰ ਦੁੱਖਾਂ ਰੂਪੀ ਸੂਰਜ ਦੀ ਧੁੱਪ ਉਸ ਨੂੰ ਸੋਖ ਲੈਂਦੀ ਹੈ। ਹਰਖ ਤੇ ਸੋਗ। ਕਈ ਵਾਰੀ ਖੁਸ਼ੀਆਂ ਵਿੱਚ ਪੈ ਕੇ ਬੰਦਾ ਜਜ਼ਬ ਹੋ ਜਾਂਦਾ ਹੈ ਤੇ ਕਈ ਵਾਰੀ ਦੁੱਖ ਉਹਦੇ ਅੰਦਰ ਦੇ ਰੂਹਾਨੀ ਸਕੂਨ ਨੂੰ ਸੋਖ ਲੈਂਦੇ ਨੇ। ਸਰਲ ਭਾਵ ਨਾਲ ਇੰਜ ਕਹਿ ਲਈਏ ਕਿ ਕੋਈ ਸੁੱਖਾਂ ਵਿੱਚ ਪੈ ਕੇ ਰੱਬ ਨੂੰ ਭੁੱਲ ਗਿਆ ਤੇ ਕੋਈ ਦੁੱਖਾਂ ਦਾ ਸਤਾਇਆ ਹੋਇਆ ਰੱਬ ਨੂੰ ਭੁੱਲ ਗਿਆ। ਪਰ ਮਹਾਰਾਜ ਕਹਿੰਦੇ ਇਹ ਰੂਪ ਸਾਰਾ ਮਾਇਆ ਦਾ ਹੀ ਹੈ। ਵਿਆਪਤ ਹਰਖ ਸੋਗ ਵਿਸਥਾਰ। ਭਾਵ ਕਿ ਗੁਰਸਿੱਖਾ, ਤੇਰੀ ਜ਼ਿੰਦਗੀ ਵਿੱਚ ਖੁਸ਼ੀ ਆਵੇ ਚਾਹੇ ਗਮੀ ਆਵੇ, ਪਰਮਾਤਮਾ ਦਾ ਨਾਮ ਨਹੀਂ ਭੁੱਲਣਾ ਚਾਹੀਦਾ। ਤੈਨੂੰ ਗੁਰਸਿੱਖੀ ਨਹੀਂ ਭੁੱਲਣੀ ਚਾਹੀਦੀ। ਰਹਿਤ ਮਰਿਆਦਾ ਦੇ ਵਿੱਚ ਬਾਣੀ ਬਾਣੇ ਦਾ ਹਮੇਸ਼ਾ ਧਾਰਨੀ ਬਣ ਕੇ ਰਹਿਣਾ ਹੈ। ਜ਼ਿੰਦਗੀ 'ਚ ਭਾਵੇਂ ਸੁੱਖ ਆਉਣ ਤੇ ਭਾਵੇਂ ਦੁੱਖ ਆਉਣ, ਸੁੱਖ ਦੁੱਖ ਦੋਨੋਂ ਸਮ ਕਰ ਜਾਣੈ ਔਰ ਮਾਨ ਅਪਮਾਨਾ।
ਦੋਵਾਂ ਨੂੰ ਇੱਕ ਬਰਾਬਰ ਸਮਝ ਕੇ ਹੇ ਭਾਈ ਮਾਇਆ ਤੋਂ ਨਿਰਲੇਪ ਰਹਿਣਾ ਹੈ। ਵਿਆਪਤ ਸੁਰਗ ਨਰਕ ਅਵਤਾਰ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਕੋਈ ਸਵਰਗਾਂ ਦੀ ਇੱਛਾ ਰੱਖ ਕੇ ਤੀਰਥ ਅਸਥਾਨਾਂ ਦੀ ਯਾਤਰਾ ਕਰਦਾ ਹੈ ਤੇ 68 ਤੀਰਥਾਂ ਦੇ ਉੱਪਰ ਇਸ਼ਨਾਨ ਕਰਦਾ ਹੈ, ਕਿਉਂਕਿ ਮਨ ਵਿੱਚ ਬੜੀ ਪ੍ਰਬਲ ਇੱਛਾ ਹੈ ਕਿ ਮੌਤ ਤੋਂ ਬਾਅਦ ਮੈਂ ਸਵਰਗ ਵਾਸੀ ਹੋਵਾਂ। ਤੇ ਇੱਕ ਵਾਰੀ ਕਿਸੇ ਨੇ ਸਵਾਮੀ ਵਿਵੇਕਾਨੰਦ ਨੂੰ ਸਵਾਲ ਕੀਤਾ ਸੀ ਕਿ ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਮਨ ਦੀ ਮੈਲ ਧੁੱਪ ਜਾਂਦੀ ਹੈ? ਸਵਾਮੀ ਵਿਵੇਕਾਨੰਦ ਕਹਿੰਦੇ ਹਾਂ ਬਿਲਕੁਲ ਧੁੱਪ ਜਾਂਦੀ ਹੈ, ਪਾਪ ਲੱਥ ਜਾਂਦੇ ਨੇ। ਕਹਿੰਦੇ ਜੀ ਪਾਪ ਲੱਥ ਜਾਂਦੇ ਨੇ। ਪਰ ਅਗਲੀ ਗੱਲ ਹੀ ਸਵਾਮੀ ਵਿਵੇਕਾਨੰਦ ਨੇ ਕਹਿ ਦਿੱਤੀ, ਕਹਿੰਦੇ ਪਾਪ ਲੱਥ ਤਾਂ ਜ਼ਰੂਰ ਜਾਂਦੇ ਨੇ, ਪਰ ਜਿਹੜੇ ਗੰਗਾ ਦੇ ਕਿਨਾਰੇ ਰੁੱਖ ਬਣੇ ਹੋਏ ਨੇ, ਰੁੱਖ ਉੱਗੇ ਨੇ, ਉਹਨਾਂ ਰੁੱਖਾਂ ਤੇ ਚੜ ਜਾਂਦੇ ਨੇ। ਤੇ ਕਹਿੰਦੇ ਜੀ ਫੇਰ ਕਹਿੰਦੇ ਜਦੋਂ ਬੰਦਾ ਨਹਾ ਕੇ ਬਾਹਰ ਆਉਂਦਾ ਤੇ ਉਹੀ ਪਾਪ ਉਤਰ ਕੇ ਫੇਰ ਚਿੰਬੜ ਜਾਂਦੇ ਨੇ। ਇੱਕ ਸਮਝਾਉਣ ਦਾ ਢੰਗ ਸੀ ਕਿ ਬੰਦਾ ਤੀਰਥਾਂ ਤੇ ਇਸ਼ਨਾਨ ਕਰਕੇ ਪਾਪਾਂ ਦੀ ਮੈਲ ਲਾ ਤੇ ਲੈਂਦਾ ਹੈ, ਪਰ ਘਰ ਆ ਕੇ ਫਿਰ ਉਹੀ ਪਾਪ ਕਰਨੇ ਸ਼ੁਰੂ ਕਰ ਦਿੰਦਾ ਹੈ। ਤੇ ਮਹਾਰਾਜ ਕਹਿੰਦੇ ਫਿਰ ਭਲਾ ਕਿਵੇਂ ਹੋ ਸਕਦਾ ਹੈ? ਪਾਪ ਕਰੇ ਪੰਚਾਂ ਕੇ ਬਾਸਰੇ, ਤੀਰਥ ਨਾਏ ਕਹੈ ਸਭ ਉਤਰੇ। ਬਹੁਰ ਕਮਾਵਹਿ ਹੋਏ ਨਿਸੰਕ, ਜਮਪੁਰ ਬਾਂਧ ਖਰੇ ਕਾਲੰਕ। ਸਾਰਾ ਸਾਲ ਪਾਪਾਂ ਦੀ ਮੈਲ ਨਾਲ ਭਰਿਆ ਰਿਹਾ ਤੇ ਸਾਲ ਬਾਅਦ ਇੱਕ ਦਿਨ ਜਾ ਕੇ ਤੀਰਥ ਅਸਥਾਨ ਦਾ ਦਰਸ਼ਨ ਕਰ ਆਇਆ, ਇਸ਼ਨਾਨ ਕਰ ਆਇਆ, ਤੇ ਬਾਅਦ ਵਿੱਚ ਆਪਣੀ ਦੁਕਾਨ ਤੇ ਬੈਠ ਕੇ ਫਿਰ ਉਹੀ ਪਾਪ ਕਰਦਾ ਰਿਹਾ। ਮਹਾਰਾਜ ਕਹਿੰਦੇ ਇੰਜ ਮੈਲ ਨਹੀਂ ਲੱਥਣੀ। ਤੋ ਕਹਿਣ ਤੋਂ ਭਾਵ ਕੋਈ ਤੀਰਥ ਅਸਥਾਨਾਂ ਦੀ ਯਾਤਰਾ ਕਰਦਾ ਹੈ, ਕੋਈ ਦਾਨ ਪੁੰਨ ਯੱਗ ਜਪ ਤਪ ਸੰਜਮ ਨੇਮ ਵਰਤ ਰੱਖਦਾ ਹੈ, ਬੜੇ ਧਰਮ ਕਰਮ ਕਰਦਾ ਹੈ, ਮਨ ਵਿੱਚ ਇੱਛਾ ਹੈ ਕਿ ਸਵਰਗਾਂ ਦਾ ਵਾਸੀ ਹੋਵਾਂ, ਤੇ ਦੂਸਰਾ ਮਨ ਅੰਦਰ ਡਰ ਹੈ ਕਿ ਕਿਤੇ ਨਰਕ ਨਾ ਮਿਲ ਜਾਣ। ਭਗਤ ਕਬੀਰ ਸਾਹਿਬ ਕਹਿੰਦੇ ਨੇ ਮੇਰੇ ਮਨ ਵਿੱਚੋਂ ਦੋਵੇਂ ਹੀ ਗੱਲਾਂ ਖਤਮ ਹੋ ਗਈਆਂ, ਨਾ ਤੇ ਸਵਰਗਾਂ 'ਚ ਜਾਣ ਦੀ ਇੱਛਾ ਹੈ, ਨਾ ਹੀ ਨਰਕਾਂ ਦਾ ਡਰ ਹੈ। ਸੁਰਗ ਬਾਸ ਨਾ ਬਾਛੀਐ, ਡਰੀਐ ਨਾ ਨਰਕ ਨਿਵਾਸ। ਹੋਣਾ ਹੈ ਸੋ ਹੋਈ ਹੈ, ਮਨ ਹੈ ਨਾ ਕੀਜੈ ਆਸ। ਮੇਰੇ ਮਨ ਅੰਦਰ ਨਰਕਾਂ ਦਾ ਕੋਈ ਡਰ ਨਹੀਂ। ਪਿਆਰਿਓ, ਸਵਰਗ ਤੇ ਨਰਕ ਵੀ ਅਸਲ ਵਿੱਚ ਸੰਸਾਰੀ ਜੀਵ ਵਾਸਤੇ ਨੇ। ਪਰਮਾਤਮਾ ਦਾ ਭਗਤ ਤੇ ਸੱਚਖੰਡ ਦਾ ਵਾਸੀ ਹੋ ਜਾਂਦਾ ਹੈ, ਉਹ ਸਵਰਗ ਨਰਕ ਤੋਂ ਉੱਪਰ ਉੱਠ ਜਾਂਦਾ ਹੈ, ਉਹ ਮੁਕਤੀ ਨੂੰ ਵੀ ਤਿਆਗ ਦਿੰਦਾ ਹੈ। ਪਰਮੇਸ਼ਰ ਦੇ ਚਰਨਾਂ ਵਿੱਚ ਅਭੇਦ ਹੋ ਕੇ ਉਹ ਸੱਚਖੰਡ ਦਾ ਵਾਸੀ ਹੋ ਜਾਂਦਾ। ਇਸ ਕਰਕੇ ਸਿੱਖ ਪੰਥ ਦੇ ਵਿੱਚ ਜਦੋਂ ਕੋਈ ਅਗੰਮੀ ਮਾਇਨਾਜ਼ ਸ਼ਖਸੀਅਤ ਅਕਾਲ ਚਲਾਣਾ ਕਰ ਜਾਵੇ ਤੇ ਉਹਦੇ ਵਾਸਤੇ ਸ਼ਬਦ ਵਰਤਿਆ ਜਾਂਦਾ ਕਿ ਸੱਚਖੰਡ ਗਮਨ ਕਰ ਗਏ। ਸਿੱਖ ਸਵਰਗ ਵਾਸੀ ਨਹੀਂ ਹੁੰਦਾ, ਸੱਚਖੰਡ ਗਮਨ ਕਰਦਾ ਹੈ। ਤੇ ਮਹਾਰਾਜ ਕਹਿੰਦੇ ਨੇ ਵਿਆਪਤ ਨਰਕ ਸੁਰਗ ਵਿਸਥਾਰ। ਸਵਰਗ ਤੇ ਨਰਕ ਦੇ ਚੱਕਰ ਵਿੱਚ ਪੈ ਕੇ ਮਾਇਆ ਵਿਆਪ ਰਹੀ ਹੈ। ਭਾਵ ਕਿ ਕੋਈ ਸਵਰਗਾਂ ਵਿੱਚ ਜਾਣ ਦੀ ਇੱਛਾ ਰੱਖਦਾ ਹੈ, ਕਿਸੇ ਦੇ ਮਨ ਅੰਦਰ ਨਰਕਾਂ ਦਾ ਖੌਫ ਹੈ। ਵਿਆਪਤ ਧਨ ਨਿਰਧਨ ਭੇਖ ਸੋਭਾ। ਫਿਰ ਧਨ ਧਨਵਾਨ, ਨਿਰਧਨ ਮਤਲਬ ਗਰੀਬ। ਕੋਈ ਮਾਇਆ ਦੀ ਪ੍ਰਾਪਤੀ ਕਰਕੇ ਬੜਾ ਧਨਾੜ ਬਣ ਗਿਆ ਤੇ ਕਿਸੇ ਨੂੰ 2 ਵਕਤ ਦੀ ਰੋਟੀ ਵੀ ਨਹੀਂ ਜੁੜਦੀ, ਗਰੀਬ ਹੈ। ਪਰ ਇਹ ਵੀ ਅਸਲ ਵਿੱਚ ਪਰਮਾਤਮਾ ਦੀ ਹੀ ਖੇਡ ਹੈ ਸਾਧ ਸੰਗਤ ਜੀ। ਭਿਖਾਰੀ ਤੇ ਰਾਜ ਕਰਾਵੈ ਰਾਜਾ ਤੇ ਭਿਖਾਰੀ, ਖਾਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਦਾਰੀ। ਪਰਮੇਸ਼ਰ ਬੜਾ ਬੇਅੰਤ ਹੈ। ਜਿਨ੍ਹਾਂ ਦੇ ਨਾਮ ਦਾ ਕਦੇ ਸਿੱਕਾ ਚੱਲਦਾ ਸੀ, ਜਿਨ੍ਹਾਂ ਦੇ ਸਿਰਾਂ ਦੇ ਉੱਪਰ 12-12 ਜੋਜਨ ਛਤਰ ਝੁੱਲਦੇ ਸੀ, ਆਖਰਕਾਰ ਉਹਨਾਂ ਰਾਜਿਆਂ ਮਹਾਰਾਜਿਆਂ ਨੂੰ ਧਰਤੀ ਦੇ ਵਿੱਚ ਰੁਲਣਾ ਪਿਆ, ਉਹਨਾਂ ਦੇ ਸਰੀਰ ਨੂੰ ਮਿੱਟੀ 'ਚ ਰੁਲਣਾ ਪਿਆ। ਕਿਉਂਕਿ ਮਹਾਰਾਜ ਦਾ ਬਚਨ ਹੈ ਕਿ ਪਾਸ ਦਮਾਮੇ ਛੱਤ ਸਿਰ ਭੇਰੀ ਛੱਡੋ ਰੱਡ, ਜਾਏ ਸੁੱਤੇ ਜੀਰਾਨ ਮਹਿ ਥੀਏ ਅਤੀਮਾ ਗੱਡ। ਜਿਨ੍ਹਾਂ ਦੇ ਕੋਲ ਨਗਾਰੇ ਸੀ,
ਜਦੋਂ ਆਪਣੇ ਰਾਜ ਦਰਬਾਰ ਦੇ ਵਿੱਚ ਦਾਖਲ ਹੁੰਦੇ ਸੀ ਤੇ ਨਗਾਰਚੀ ਨਗਾਰਿਆਂ ਤੇ ਚੋਟਾਂ ਲਾ ਦਿੰਦੇ ਸੀ। ਬੜੀ ਵਡਿਆਈ, ਬਹੁਤ ਸਿਫਤ ਸਲਾਹ ਹੁੰਦੀ ਸੀ। ਕਈ ਭੱਟ, ਕਵੀਸ਼ਰ, ਗਵਈਏ ਕਈ ਪ੍ਰਕਾਰ ਦੀਆਂ ਸਿਫਤਾਂ ਕਰਦੇ ਸਨ। ਪਰ ਮੌਤ ਤੋਂ ਬਾਅਦ ਉਹੀ ਰਾਜਾ ਕਬਰ ਦੇ ਵਿੱਚ ਜਾ ਕੇ ਸੌਂ ਜਾਂਦਾ ਹੈ। ਜਾਏ ਸੁੱਤੇ ਜੀਰਾਨ ਮਹਿ ਥੀਏ ਅਤੀਮਾ ਗੱਡ। ਭਗਤ ਫਰੀਦ ਸਾਹਿਬ ਕਹਿੰਦੇ ਕੱਲ ਇਹਦੇ ਅੱਗੇ ਪਿੱਛੇ ਨੌਕਰ ਚਾਕਰ ਭੱਜੇ ਫਿਰਦੇ ਸੀ, ਪਰ ਅੱਜ ਯਤੀਮਾਂ ਦੇ ਵਾਂਗ ਪਿਆ ਹੈ। ਅੱਜ ਕੋਈ ਵੀ ਚੋਬਦਾਰ, ਕੋਈ ਵੀ ਪਹਿਰੇਦਾਰ ਇਹਦੀ ਕਬਰ ਦੇ ਕੋਲ ਪਹਿਰਾ ਦੇਣ ਵਾਲਾ ਨਹੀਂ ਹੈ। ਇਸ ਕਰਕੇ ਸਾਧ ਸੰਗਤ ਜੀ, ਇਹ ਪਰਮੇਸ਼ਰ ਦੀ ਲੀਲਾ ਹੈ। ਜੇ ਕਿਸੇ ਨੂੰ ਧਨ ਮਿਲਿਆ ਤੇ ਧਨ ਪ੍ਰਾਪਤ ਕਰਕੇ ਹੰਕਾਰੀ ਨਹੀਂ ਹੋਣਾ ਚਾਹੀਦਾ, ਸਗੋਂ ਦਾਨ ਪੁੰਨ ਕਰਨਾ ਚਾਹੀਦਾ ਹੈ। ਕਿਉਂਕਿ ਜਿਸ ਧਨ ਵਿੱਚੋਂ ਦਾਨ ਨਾ ਕੀਤਾ ਜਾਏ, ਉਹ ਧਨ ਵੀ ਛੱਪੜ ਦੇ ਪਾਣੀ ਵਾਂਗ ਮੈਲਾ ਹੋ ਜਾਂਦਾ ਹੈ। ਉਹਦੇ ਵਿੱਚ ਕਿਰਮ ਚੱਲ ਜਾਂਦੇ ਨੇ, ਬਦਬੂ ਆਉਣ ਲੱਗ ਪੈਂਦੀ ਹੈ, ਬੜੇ ਵਕਾਰ ਨੇ। ਤੇ ਜਿਹੜਾ ਨਦੀ ਦੇ ਪਾਣੀ ਵਾਂਗ ਚੱਲਦਾ ਰਵੇ, ਨਦੀ ਦੇ ਪ੍ਰਵਾਹ ਵਾਂਗ ਹੋਵੇ, ਉਹ ਪਾਣੀ ਸਾਫ਼ ਸੁਥਰਾ ਰਹਿੰਦਾ ਹੈ। ਜਿਹੜਾ ਮਰਜੀ ਉਸ ਪਾਣੀ ਨੂੰ ਛਕ ਸਕਦਾ ਹੈ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੁਲਤਾਨਪੁਰ ਲੋਧੀ ਵਿਖੇ ਮੋਦੀਖਾਨੇ ਦੀ ਕਾਰ ਕਰਨ ਲੱਗ ਪਏ ਤੇ ਕਿਸੇ ਨੇ ਬਾਬਾ ਕਲਿਆਣ ਦਾਸ ਨੂੰ ਜਾ ਕੇ ਦੱਸਿਆ, ਕਹਿੰਦੇ ਮਹਿਤਾ ਜੀ, ਤੁਹਾਡਾ ਪੁੱਤ ਬੜੇ ਟਿਕਾਣੇ ਲੱਗ ਗਿਆ ਹੈ। ਜੇ 6 ਮਹੀਨੇ ਵੀ ਉਸਨੇ ਨੌਕਰੀ ਕਰ ਲਈ ਤੇ ਵੱਡੀ ਹਵੇਲੀ ਛੱਤ ਲਵੇਗਾ, ਵੱਡਾ ਘਰ ਪਾ ਲਵੇਗਾ, ਕਿਉਂਕਿ ਨੌਕਰੀ ਬੜੀ ਸੋਹਣੀ ਹੈ। ਬਾਬਾ ਮਹਿਤਾ ਕਾਲੂ ਕਹਿੰਦੇ ਸ਼ੁਕਰ ਹੈ ਪਰਮੇਸ਼ਰ ਦਾ, ਜੇ ਕਿਸੇ ਸੋਹਣੀ ਨੌਕਰੀ ਤੇ ਮੇਰਾ ਪੁੱਤ ਟਿਕ ਗਿਆ। ਜੇ ਕੋਈ ਚੰਗਾ ਕੰਮਕਾਰ ਕਰਨ ਲੱਗ ਪਿਆ ਤੇ ਧੰਨਵਾਦ ਹੈ ਰੱਬ ਦਾ। ਕੁਝ ਦਿਨ ਬੀਤੇ ਤੇ ਬਾਬਾ ਕਲਿਆਣ ਦਾਸ ਜੀ ਨੇ ਸੋਚਿਆ ਕਿ ਜਾ ਕੇ ਵੇਖਦੇ ਹਾਂ ਕਿ ਕਿੰਨਾ ਕੁ ਚੰਗਾ ਕੰਮਕਾਰ ਚੱਲਿਆ ਹੈ। ਤਲਵੰਡੀ ਤੋਂ ਤੁਰੇ, ਸੁਲਤਾਨਪੁਰ ਲੋਧੀ ਪਹੁੰਚ ਗਏ। ਨਗਰ ਤੋਂ ਬਾਰ-ਬਾਰ ਭਾਈ ਮਰਦਾਨਾ ਜੀ ਮਿਲੇ ਤੇ ਮਰਦਾਨੇ ਨੂੰ ਬਾਬਾ ਕਲਿਆਣ ਦਾਸ ਜੀ ਨੇ ਪੁੱਛਿਆ, ਮਰਦਾਨਿਆਂ ਸੁਣਿਆ ਕਿ ਕੰਮਕਾਰ ਬੜਾ ਸੋਹਣਾ ਮਿਲਿਆ ਹੈ। ਮਰਦਾਨਾ ਕਹਿੰਦਾ ਜੀ ਬੇਸ਼ੱਕ ਬਹੁਤ ਵਧੀਆ ਕੰਮ ਹੈ। ਤੇ ਬਾਬਾ ਕਲਿਆਣ ਦਾਸ ਜੀ ਕਹਿੰਦੇ ਜੇ ਕੰਮ ਵਧੀਆ ਹੈ ਤੇ ਪੈਸੇ ਕਿੰਨੇ ਕੁ ਇਕੱਠੇ ਕਰ ਲਏ ਜੇ? ਕਹਿੰਦੇ ਜੀ ਇਹ ਤਾਂ ਤੁਸੀਂ ਆਪਣੇ ਪੁੱਤ ਨੂੰ ਜਾ ਕੇ ਆਪੇ ਹੀ ਪੁੱਛ ਲਓ, ਮੇਰੇ ਤੋਂ ਨਾ ਪੁੱਛੋ। ਅੱਗੇ ਗਏ, ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਨਾਲ ਮੇਲ ਮਿਲਾਪ ਹੋਇਆ ਤੇ ਪੁੱਛਿਆ, ਬੇਟਾ ਸੁਣਿਆ ਕਿ ਕੰਮਕਾਰ ਬੜਾ ਸੋਹਣਾ ਚੱਲਦਾ, ਪੈਸੇ ਕਿੰਨੇ ਕੁ ਇਕੱਠੇ ਕੀਤੇ ਨੇ? ਕਿੰਨੇ ਕੁ ਪੈਸੇ ਆਉਂਦੇ ਨੇ? ਇਹ ਬਚਨ ਕੀਤਾ ਕਿ ਕਿੰਨੇ ਕੁ ਪੈਸੇ ਆਉਂਦੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਪਿਤਾ ਜੀ ਪੈਸੇ ਆਉਂਦੇ ਵੀ ਬਹੁਤ ਨੇ ਤੇ ਪੈਸੇ ਜਾਂਦੇ ਵੀ ਬਹੁਤ ਨੇ। ਮੈਂ ਹਾਂ ਇੱਕ ਨਦੀ ਦੇ ਵਾਂਗ, ਨਦੀ ਵਿੱਚ ਇੱਕ ਪਾਸਿਓਂ ਪਾਣੀ ਆਉਂਦਾ ਵੀ ਬਹੁਤ ਹੈ ਤੇ ਪਾਣੀ ਜਾਂਦਾ ਵੀ ਬਹੁਤ ਹੈ। ਜੇ ਉਹ ਆਪਣੇ ਕੋਲੇ ਜਮ੍ਹਾਂ ਕਰਕੇ ਰੱਖੇ ਤੇ ਪਾਣੀ 'ਚ ਕਿਰਮ ਚੱਲ ਜਾਣਗੇ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਧਨਵਾਨ ਧਨ ਦੀ ਪ੍ਰਾਪਤੀ ਕਰਕੇ ਦਾਨ ਪੁੰਨ ਨਹੀਂ ਕਰਦਾ। ਧਨਵਾਨ ਧਨ ਦੀ ਪ੍ਰਾਪਤੀ ਕਰਕੇ ਭੁੱਖੇ ਦੇ ਮੂੰਹ 'ਚ ਰੋਟੀ ਦੀ ਬੁਰਕੀ ਨਹੀਂ ਪਾਉਂਦਾ, ਸਗੋਂ ਨਿਰਧਨ ਦੇ ਨਾਲ ਨਫ਼ਰਤ ਕਰਦਾ ਹੈ, ਗਰੀਬ ਦੇ ਨਾਲ ਬੜੀ ਨਫ਼ਰਤ ਕਰਦਾ ਹੈ। ਗੁਰਬਾਣੀ ਦਾ ਬਚਨ ਹੈ ਕਿ ਨਿਰਧਨ ਸਰਧਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮੇਟੀ ਜਾਈ। ਜੋ ਸਰਧਨ ਨਿਰਧਨ ਕਹਿ ਜਾਏ, ਦੀਆ ਆਦਰ ਲੀਆ ਬੁਲਾਏ। ਜੋ ਨਿਰਧਨ ਸਰਧਨ ਕਹਿ ਜਾਏ, ਆਗੇ ਬੈਠਾ ਪੀਠ ਫਿਰਾਏ। ਜੇ ਕੋਈ ਚੌਧਰੀ ਨੰਬਰਦਾਰ ਤੁਰਿਆ ਜਾਂਦਾ ਹੋਵੇ ਤੇ ਗਰੀਬ ਬੰਦਾ ਵਿਚਾਰਾ ਉਹਦੀਆਂ ਸਿਫਤਾਂ ਕਰਦਾ ਨਹੀਂ ਥੱਕਦਾ, ਆਓ ਸਰਦਾਰ ਜੀ, ਆਓ ਨੰਬਰਦਾਰ ਜੀ, ਬੜਾ ਸਤਿਕਾਰ ਕਰਦਾ ਹੈ। ਪਰ ਜੇ ਕੋਈ ਗਰੀਬ ਕਿਸੇ ਅਮੀਰ ਦੀ ਹਵੇਲੀ ਵੱਲ ਚਲੇ ਜਾਏ ਤੇ ਉਹ ਅੱਗੋਂ ਪਿੱਠ ਕਰਕੇ ਬਹਿ ਜਾਂਦਾ ਹੈ, ਫਤਿਹ ਦੀ ਸਾਂਝ ਵੀ ਨਹੀਂ ਕਰਦਾ। ਗਰੀਬ ਨਵਾਜ ਪਾਤਸ਼ਾਹ ਇਸ ਕਰਕੇ ਬਖਸ਼ਿਸ਼ ਕਰਦੇ ਨੇ, ਭਾਈ ਵਿਆਪਤ ਧਨ ਨਿਰਧਨ ਪੇਖ ਸੋਭਾ। ਜਿਹੜਾ ਧਨਵਾਨ ਹੈ ਉਹ ਆਪਣੀ ਸੋਭਾ ਨੂੰ ਵੇਖ ਕੇ ਮਾਇਆ ਦੇ ਅਧੀਨ ਹੋ ਜਾਂਦਾ, ਮਾਇਆ ਉਸ ਉੱਪਰ ਪ੍ਰਭਾਵ ਪਾ ਲੈਂਦੀ ਹੈ। ਮੂਲ ਵਿਆਧੀ ਵਿਆਪਸ ਲੋਭਾ। ਲੋਭ ਵਿਆਧੀ ਦਾ ਮੂਲ ਹੈ। ਵਿਆਧੀ ਤੋਂ ਭਾਵ ਕਿ ਜਿਹੜੇ ਸਰੀਰ ਨੂੰ ਲੱਗਣ ਵਾਲੇ ਰੋਗ ਨੇ, ਸਰੀਰ ਦੇ ਵਿੱਚ ਜੋ ਬਿਮਾਰੀਆਂ ਪੈਦਾ ਹੁੰਦੀਆਂ ਨੇ, ਇਹਦਾ ਨਾਮ ਹੈ ਵਿਆਧੀ।
ਤਿੰਨ ਪ੍ਰਕਾਰ ਦੇ ਤਾਪ ਨੇ, ਆਦੀ, ਵਿਆਦੀ ਤੇ ਉਪਾਦੀ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਪਰਮੇਸ਼ਰ ਤਿੰਨਾਂ ਹੀ ਤਾਪਾਂ ਨੂੰ ਕੱਟਣ ਵਾਲਾ ਹੈ। ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਤਾਂ ਕੋ ਬਿਗਨ ਨਾ ਕੋ ਲਾਗੈ, ਜਾਂ ਕੀ ਪ੍ਰਭ ਆਗੈ ਅਰਦਾਸ। ਲੋਭ ਲਾਲਚ ਵਿਆਦੀ ਦਾ ਮੂਲ ਹੈ, ਭਾਵ ਮੁੱਢ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਲੋਭ ਦੇ ਰੂਪ ਵਿੱਚ ਮਾਇਆ ਜੀਵ ਨੂੰ ਵਿਆਪਦੀ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪੰਜੇ ਵਿਕਾਰ ਮਾਇਆ ਦਾ ਹੀ ਰੂਪ ਨੇ। ਸਾਧ ਸੰਗਤ ਜੀ, ਮਾਇਆ ਇਹਨਾਂ ਰੂਪਾਂ ਕਰਕੇ ਜੀਵ ਨੂੰ ਵਿਆਪਦੀ ਹੈ। ਮਾਇਆ ਵਿਆਪਤ ਬਹੁ ਪ੍ਰਕਾਰੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਹੇ ਗੁਰਸਿੱਖੋ, ਮਾਇਆ ਬਹੁਤ ਤਰੀਕਿਆਂ ਨਾਲ ਸੰਸਾਰ ਦੇ ਵਿੱਚ ਫੈਲੀ ਹੋਈ ਹੈ। ਹਰ ਇੱਕ ਜੀਵ ਨੂੰ ਇਸ ਨੇ ਆਪਣੇ ਪ੍ਰਭਾਵ ਅਧੀਨ ਰੱਖਿਆ ਹੈ। ਸੰਤ ਜੀਵ ਹੈ ਪ੍ਰਭ ਓਟ ਤੁਮਾਰੇ। ਪਰੰਤੂ ਹੇ ਪ੍ਰਮਾਤਮਾ, ਤੇਰੇ ਸੰਤ ਜਨ, ਤੇਰੇ ਪਿਆਰੇ ਭਗਤ ਤੇਰੀ ਟੇਕ ਦੇ ਆਸਰੇ, ਤੇਰੇ ਤੇ ਨਿਸ਼ਚਾ ਰੱਖ ਕੇ, ਭਰੋਸਾ ਰੱਖ ਕੇ ਇਸ ਮਾਇਆ ਤੋਂ ਬਚ ਗਏ ਹਨ। ਕਹੋ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਕਹਿੰਦੇ ਨੇ ਮਾਇਆ ਦੀ ਗਿੱਚੀ ਦੇ ਵਿੱਚੋਂ ਵਾਲ ਪੁੱਟੇ ਗਏ, ਕਿਉਂਕਿ ਲੋਕ ਉਹਦੇ ਮਗਰ ਮਗਰ ਭੱਜਦੇ ਨੇ, ਵਾਲਾਂ ਤੋਂ ਫੜ ਫੜ ਕੇ ਪਿੱਛੇ ਨੂੰ ਖਿੱਚਦੇ ਨੇ। ਹਰ ਕੋਈ ਮਾਇਆ ਦੀ ਖਿੱਚ ਤੂ ਕਰਦਾ ਹੈ, ਕਿਉਂਕਿ ਮਹਾਰਾਜ ਦਾ ਬਚਨ ਹੈ ਕਿ ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁਤ ਦਾਰਾ ਪਹਿ ਆਨ ਲੁਟਾਵੇ। ਬੜੇ ਪਰਪੰਚ ਭਾਵ ਛਾਲ ਕਪਟ ਧੋਖੇ ਫਰੇਬ ਕਰਕੇ ਪਰਾਇਆ ਹੱਕ ਮਾਰ ਕੇ ਆਪਣੇ ਘਰ ਲਿਆਉਂਦਾ ਹੈ, ਤੇ ਉਹੀ ਲਹੂ ਆਪਣੇ ਬੱਚਿਆਂ ਦੇ ਮੂੰਹ ਨੂੰ ਲਾਉਂਦਾ ਹੈ। ਬੇਈਮਾਨੀਆਂ ਕਰ ਕਰਕੇ, ਠੱਗੀਆਂ ਫਰੇਬ ਧੋਖਿਆਂ ਦੇ ਨਾਲ ਧਨ ਕਮਾਉਂਦਾ। ਤੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਭਾਈ, ਸਾਰਾ ਸੰਸਾਰ ਮਾਇਆ ਦੀ ਲਪੇਟ ਵਿੱਚ ਹੈ, ਪਰ ਸੰਤ ਜੀਵੈ ਪ੍ਰਭ ਟੇਕ ਤੁਮਾਰੀ। हे ਪਰਮੇਸ਼ਰ, ਸੰਤ ਜਨ ਤੇਰੇ ਤੇ ਆਪਣਾ ਨਿਸ਼ਚਾ ਰੱਖ ਕੇ, ਭਰੋਸਾ ਰੱਖ ਕੇ, ਤੇਰੇ ਆਸਰੇ ਇਸ ਮਾਇਆ ਦੀ ਪਕੜ ਤੋਂ ਬਚ ਗਏ ਹਨ। ਰਹਾਉ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ ਹਨ ਜੀ। ਵਿਆਪਤ ਅਹੰ ਬੁੱਧ ਕਾ ਮਾਤਾ। ਅਹੰ ਬੁੱਧ ਭਾਵ ਹੰਕਾਰੀ ਮਤ। ਹੰਕਾਰ ਦੇ ਵਿੱਚ ਮਸਤ ਹੋਇਆ ਬੰਦਾ ਮਾਇਆ ਦੀ ਲਪੇਟ ਵਿੱਚ ਹੈ। ਮਾਤਾ ਭਾਵ ਮਸਤ। ਹੰਕਾਰ ਨਿਰੰਕਾਰ ਦੇ ਨਾਲੋਂ ਦੂਰ ਕਰ ਦਿੰਦਾ ਹੈ। ਸਾਧ ਸੰਗਤ ਜੀ, ਗੁਰਬਾਣੀ ਦਾ ਬਚਨ ਹੈ ਕਿ ਜਿੱਥੇ ਹੰਕਾਰ ਹੈ ਉੱਥੇ ਕਰਤਾਰ ਨਹੀਂ ਵਸ ਸਕਦਾ, ਤੇ ਜਿੱਥੇ ਕਰਤਾਰ ਦੀ ਯਾਦ ਹੈ ਉੱਥੇ ਹੰਕਾਰ ਨਹੀਂ ਰਹਿੰਦਾ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕ ਠਾਏ, ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਹੰਕਾਰ ਤੇ ਕਰਤਾਰ ਦਾ ਆਪਸ ਵਿੱਚ ਵਿਰੋਧ ਹੈ। ਜਿੱਥੇ ਹਉਮੈ ਹੈ ਉੱਥੇ ਪਰਮੇਸ਼ਰ ਦਾ ਨਾਮ ਨਹੀਂ ਹੋ ਸਕਦਾ। ਵਿਦਵਾਨਾਂ ਨੇ ਬਹੁਤ ਸੋਹਣੇ ਅਰਥ ਕੀਤੇ ਨੇ। ਕਹਿੰਦੇ 2 ਅੱਖਰਾਂ ਦਾ ਸ਼ਬਦ ਹੈ ਨਾਮ, ਨੰਨੇ ਕੰਨਾ ਤੇ ਮੰਮਾ, ਤੇ ਜੇ ਇਹਨਾਂ ਦੋਵਾਂ ਅੱਖਰਾਂ ਨੂੰ ਪਲਟਾ ਦਈਏ ਤੇ ਬਣ ਜਾਂਦਾ ਹੈ ਮੰਮੇ ਕੰਨਾ ਤੇ ਨੰਨਾ ਮਾਨ। ਭਾਵ ਕਿ ਜਿੱਥੋਂ ਨਾਮ ਪਲਟ ਜਾਏਗਾ ਉੱਥੇ ਮਾਨ ਆ ਜਾਵੇਗਾ, ਤੇ ਜਿੱਥੋਂ ਮਾਨ ਪਲਟ ਗਿਆ ਉੱਥੇ ਰੱਬ ਦਾ ਨਾਮ ਆ ਜਾਏਗਾ। ਹੰਕਾਰ ਤੇ ਕਰਤਾਰ ਇਕੱਠੇ ਨਹੀਂ ਰਹਿ ਸਕਦੇ, ਦੋਵੇਂ ਵੱਖ-ਵੱਖ ਨੇ। ਜਿੱਥੇ ਹਉਮੈ ਹੈ ਉੱਥੇ ਪਰਮੇਸ਼ਰ ਦਾ ਨਾਮ ਨਹੀਂ ਹੋਵੇਗਾ। ਤੇ ਮਹਾਰਾਜ ਕਹਿੰਦੇ ਵਿਆਪਤ ਅਹੰ ਬੁੱਧ ਕਾ ਮਾਤਾ। ਹੰਕਾਰੀ ਮਤ ਦੇ ਵਿੱਚ ਮਸਤ ਹੋਇਆ ਬੰਦਾ ਵੀ ਮਾਇਆ ਦੀ ਪਕੜ ਵਿੱਚ ਹੈ, ਕਿਉਂਕਿ ਹੰਕਾਰ ਪਰਮੇਸ਼ਰ ਨਾਲੋਂ ਦੂਰ ਕਰਦਾ ਹੈ, ਤੇ ਜਿਸ ਕਾਰਨ ਕਰਕੇ ਬੰਦਾ ਰੱਬ ਨਾਲੋਂ ਦੂਰ ਹੁੰਦਾ ਹੋਵੇ ਉਹੀ ਕਾਰਨ ਮਾਇਆ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਭਾਈ, ਇਸ ਕਰਕੇ ਹੰਕਾਰ ਵੀ ਐਸਾ ਵਿਕਾਰ ਹੈ ਜਿਹੜਾ ਜੀਵ ਦੇ ਅੰਦਰੋਂ ਪਰਮੇਸ਼ਰ ਨੂੰ ਭੁਲਾ ਦਿੰਦਾ ਹੈ। ਵਿਆਪਤ ਪੁੱਤਰ ਕਲਤਰ ਸੰਗ ਰਾਤਾ। ਪੁੱਤਰ ਕਲਤਰ, ਕਲਤਰ ਨਾਮ ਹੈ ਇਸਤਰੀ ਦਾ, ਭਾਵ ਘਰ ਵਾਲੀ। ਇਹਨਾਂ ਦੇ ਮੋਹ ਵਿੱਚ ਫਸਿਆ ਹੋਇਆ ਜੀਵ ਮਾਇਆ ਹੀ ਵਿਆਪ ਰਹੀ ਹੈ, ਮਾਇਆ ਦੀ ਹੀ ਲਪੇਟ ਦੇ ਵਿੱਚ ਹੈ।
क्योंकि पुत्र कलत्र गिरस्त का फासा, होन ना पाइए राम के दासा। इस ग੍ਰਸਤ ਦੀ ਫਾਹੀ ਦੇ ਵਿੱਚ ਜਿਹੜਾ ਫਸ ਗਿਆ ਉਹ ਪਰਮੇਸ਼ਰ ਦਾ ਦਾਸ ਨਹੀਂ ਬਣ ਸਕਦਾ। ਸਾਧ ਸੰਗਤ ਜੀ, ਮੋਹ ਮਮਤਾ ਦਾ ਜਾਲ ਹੀ ਇੰਨਾ ਪ੍ਰਬਲ ਹੈ। ਵੱਡੇ ਵੱਡੇ ਰਿਸ਼ੀ ਮੁਨੀ ਪੀਰ ਪੈਗੰਬਰ ਬਹੁਤ ਲੰਬਾ ਸਮਾਂ ਤਪੱਸਿਆ ਕਰਦੇ ਰਹੇ, ਪਰ ਆਖਰਕਾਰ ਫਿਰ ਮੋਹ ਦੀਆਂ ਤੰਦਾਂ ਨੇ ਖਿੱਚ ਲਿਆ। ਫਿਰ ਬੰਦਾ ਪਰਿਵਾਰ ਦੇ ਵਿੱਚ ਹੀ ਸਿਮਟ ਕੇ ਰਹਿ ਜਾਂਦਾ ਹੈ। ਜਿਵੇਂ ਮੰਨੋ ਕਿ ਕੋਈ ਖਜੂਰ ਦੇ ਉੱਪਰ ਚੜ੍ਹਦਾ ਹੋਵੇ ਤੇ ਖਜੂਰ ਦੇ ਉੱਪਰ ਚੜ੍ਹਦੇ ਨੂੰ ਥੱਲਿਓਂ ਰੱਸੇ ਪਾ ਕੇ ਖਿੱਚੀਏ। ਇੱਕ ਤਾਂ ਖਜੂਰ ਤੇ ਚੜ੍ਹਨਾ ਵੈਸੇ ਹੀ ਬੜਾ ਔਖਾ ਹੈ, ਪਰ ਜੇ ਕੋਈ ਰੱਸੇ ਪਾ ਕੇ ਥੱਲਿਓਂ ਖਿੱਚਦਾ ਹੋਵੇ ਫਿਰ ਤਾਂ ਹਰਗਿਜ਼ ਵੀ ਨਹੀਂ ਚੜ੍ਹਿਆ ਜਾ ਸਕਦਾ। ਮੋਹ ਮੰਨੋ ਕਿ ਇੱਕ ਰੱਸਾ ਹੈ, ਇਹ ਬਾਰ-ਬਾਰ ਬੰਦੇ ਨੂੰ ਹੇਠਾਂ ਖਿੱਚਦਾ ਹੈ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਭਾਈ ਪੁੱਤਰ ਕਲੱਤਰ ਦੇ ਨਾਲ ਭਾਵ ਕਿ ਘਰ ਵਾਲੀ ਅਤੇ ਆਪਣੇ ਪੁੱਤਰ ਦੇ ਮੋਹ ਵਿੱਚ ਫਸ ਕੇ ਜੀਵ ਮਾਇਆ ਦੇ ਅਧੀਨ ਹੋ ਰਿਹਾ ਹੈ। ਵਿਆਪਤ ਹਸਤ ਘੋੜੇ ਅਰ ਬਸਤਾ। ਫਿਰ ਕਿਸੇ ਕੋਲ ਅਨੇਕਾਂ ਹਸਤ ਭਾਵ ਹਾਥੀ ਹਨ। ਹਾਥੀ, ਘੋੜੇ ਤੇ ਬਸਤਾ ਨਾਮ ਹੈ ਬਸਤਰਾਂ ਦਾ। ਮਖਮਲੀ ਬਸਤਰ, ਰੇਸ਼ਮ ਦੇ ਬਸਤਰ ਪਾਉਣ ਦਾ ਜਿਹੜਾ ਚਾਹਕ ਹੈ, ਇੱਛਾਵਾਨ ਹੈ, ਗਰੀਬ ਨਵਾਜ ਪਾਤਸ਼ਾਹ ਕਹਿੰਦੇ ਉਹ ਵੀ ਸਮਝੋ ਮਾਇਆ ਦੀ ਲਪੇਟ ਵਿੱਚ ਹੈ। ਮਾਇਆ ਕਈ ਰੂਪਾਂ ਦੇ ਨਾਲ ਵਿਆਪਦੀ ਹੈ। ਸਾਧ ਸੰਗਤ ਜੀ, ਇੱਕ ਰੂਪ ਨਹੀਂ ਹੈ ਮਾਇਆ ਦਾ। ਤੇ ਸਾਹਿਬ ਕਹਿੰਦੇ ਜਦੋਂ ਇੰਨੇ ਜ਼ਿਆਦੇ ਮਾਇਆ ਦੇ ਰਸ ਸਾਡੇ ਅੰਦਰ ਘਰ ਕਰ ਜਾਂਦੇ ਨੇ, ਫਿਰ ਰੱਬ ਦੇ ਨਾਮ ਦੇ ਵਸਣ ਦੀ ਤਾਂ ਕੋਈ ਗੁੰਜਾਇਸ਼ ਹੀ ਨਹੀਂ ਰਹਿ ਜਾਂਦੀ। ਕਿਉਂਕਿ ਹਾਥੀ, ਘੋੜੇ, ਰੂਪ, ਰੰਗ, ਜੋਬਨ, ਜਵਾਨੀ, ਧਨ, ਮਾਣ, ਹੰਕਾਰ, ਪ੍ਰਭਤਾ, ਵਡਿਆਈ, ਇਹਨਾਂ ਨੇ ਤੇਰੇ ਹਿਰਦੇ ਨੂੰ ਮੱਲ ਲਿਆ ਹੈ। ਜਗ੍ਹਾ ਤੇ ਕੋਈ ਬਾਕੀ ਨਹੀਂ ਛੱਡੀ, ਫਿਰ ਰੱਬ ਦਾ ਨਾਮ ਕਿੱਥੇ ਵਸੇਗਾ। ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਰਸਾਂ ਕਸਾਂ ਵਿੱਚ ਇੰਨਾ ਜ਼ਿਆਦਾ ਗਰਸਿਆ ਹੋਇਆ, ਫਿਰ ਪਰਮਾਤਮਾ ਦਾ ਨਾਮ ਕਿੱਥੇ ਵਸੇਗਾ। ਕਿਉਂਕਿ ਤੂੰ ਆਪਣੇ ਹਿਰਦੇ ਦੇ ਅੰਦਰ ਕੋਈ ਜਗ੍ਹਾ ਖਾਲੀ ਛੱਡੀ ਹੀ ਨਹੀਂ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਿ ਭਾਈ ਸੋਹਣੇ ਬਸਤਰ ਪਾਉਣ ਦੀ ਇੱਛਾ ਰੱਖਣੀ, ਸੁੰਦਰ ਘੋੜਿਆਂ ਤੇ ਸਵਾਰੀ ਕਰਨ ਦੀ ਇੱਛਾ। ਤੇ ਅੱਜ ਕੱਲ ਦੇ ਜ਼ਮਾਨੇ ਦੇ ਹਿਸਾਬ ਨਾਲ ਦੇਖ ਲਈਏ ਤੇ ਸੋਹਣੀਆਂ ਗੱਡੀਆਂ, ਮਹਿੰਗੀਆਂ ਗੱਡੀਆਂ ਦੇ ਉੱਪਰ ਸਵਾਰੀ ਕਰਨ ਦੀ ਇੱਛਾ ਰੱਖਣੀ, ਸਾਹਿਬ ਕਹਿੰਦੇ ਇਹ ਵੀ ਇੱਕ ਮਾਇਆ ਦਾ ਹੀ ਰੂਪ ਹੈ। ਵਿਆਪਤ ਰੂਪ ਜੋਬਨ ਮਦ ਮਸਤਾ। ਜੋਬਨ ਜਵਾਨੀ, ਮਦ ਹੰਕਾਰ, ਮਸਤ। ਜੋਬਨ ਜਵਾਨੀ ਦੇ ਹੰਕਾਰ ਵਿੱਚ ਮਸਤ ਹੋ ਜਾਣਾ, ਇਹ ਵੀ ਇੱਕ ਮਾਇਆ ਦਾ ਹੀ ਪ੍ਰਭਾਵ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਬਚਨ ਹੈ ਕਿ ਭਾਈ ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ, ਇੰਨੀ ਠੱਗੀ ਜਗ ਠੱਗਿਆ ਕਿਨੈ ਨਾ ਰੱਖੀ ਲੱਜ। ਮਹਾਰਾਜ ਕਹਿੰਦੇ ਇਹ ਪੰਜ ਮਾਨੋ ਕਿ ਵੱਡੇ ਠੱਗ ਹਨ, ਰਾਜ, ਮਾਲ, ਰੂਪ, ਜਾਤ, ਜੋਬਨ। ਵੈਸੇ ਚੋਰ ਤੇ ਠੱਗ ਦੇ ਵਿੱਚ ਫਰਕ ਹੈ। ਚੋਰ ਨੇ ਆਪਦਾ ਦਾ ਉਦੋਂ ਲਾਉਣਾ ਜਦੋਂ ਤੁਸੀਂ ਸੁੱਤੇ ਹੋਵੋ ਜਾਂ ਘਰ ਵਿੱਚੋਂ ਗੈਰ ਹਾਜ਼ਰ ਹੋਵੋ। ਪਰ ਠੱਗ ਬੜਾ ਚਲਾਕ ਹੁੰਦਾ ਹੈ, ਉਹ ਤੁਹਾਨੂੰ ਗੱਲਾਂ ਗੱਲਾਂ ਦੇ ਵਿੱਚ ਹੀ ਇਸ ਤਰ੍ਹਾਂ ਉਲਝਾ ਲੈਂਦਾ ਹੈ ਕਿ ਤੁਹਾਨੂੰ ਆਪਣਾ ਘਰ-ਬਾਰ ਸਾਜੋ ਸਮਾਨ ਭੁੱਲ ਜਾਂਦਾ ਤੇ ਠੱਗ ਆਪਦੀਆਂ ਗੱਲਾਂ ਵਿੱਚ ਉਲਝਾ ਕੇ ਹੀ ਤੁਹਾਨੂੰ ਠੱਗ ਲੈਂਦਾ ਹੈ। ਤੇ ਮਹਾਰਾਜ ਕਹਿੰਦੇ ਨੇ ਇਹ ਰਾਜ ਮਾਲ ਮਾਨੋ ਕਿ ਪੰਜ ਠੱਗ ਹਨ। ਕਿਉਂਕਿ ਠੱਗ ਦਿਸਣ ਨੂੰ ਕੁਝ ਹੋਰ ਦਿਸਦਾ ਹੈ, ਪਰ ਅਸਲ ਵਿੱਚ ਕੁਝ ਹੋਰ ਹੁੰਦਾ ਹੈ। ਇਹ ਧਨ ਮਾਲ ਜੋਬਨ ਜਵਾਨੀ ਦਿਸਣ ਨੂੰ ਇਹਨਾਂ ਦਾ ਰੂਪ ਕੁਝ ਹੋਰ ਹੈ, ਪਰ ਅਸਲੀਅਤ ਇਹਨਾਂ ਦੀ ਕੁਝ ਹੋਰ ਹੈ। ਦਿਸਣ ਨੂੰ ਇੰਜ ਜਾਪਦਾ ਕਿ ਮੇਰੇ ਤੇ ਜਵਾਨੀ ਹੈ, ਜੋਬਨ ਹੈ, ਮੈਂ ਵਿਸ਼ੇ ਵਿਕਾਰਾਂ ਨੂੰ ਭੋਗਾਂ, ਮੈਂ ਵਿਸ਼ੇ ਸੁੱਖਾਂ ਨੂੰ ਮਾਣਾ, ਤੇ ਵਿਕਾਰ ਭੋਗ ਕੇ ਬੰਦਾ ਖੁਸ਼ ਹੋਵੇ, ਦੁਨਿਆਵੀ ਸੁੱਖਾਂ ਨੂੰ ਭੋਗ ਕੇ ਬੰਦਾ ਖੁਸ਼ ਹੋਵੇ ਕਿ ਮੈਂ ਬਹੁਤ ਸੁੱਖ ਭੋਗ ਲਏ ਨੇ।
ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਇਹ ਤੂੰ ਸੁੱਖ ਨਹੀਂ ਭੋਗੇ, ਇਹਨਾਂ ਵਕਾਰਾਂ ਨੇ ਤੇਰੇ ਨਾਲ ਠੱਗੀ ਮਾਰ ਲਈ ਹੈ। ਕਿਉਂਕਿ ਯੋਗੀ ਰਾਜ ਭਰਥਰੀ ਜੀ ਦਾ ਬੜਾ ਸੁੰਦਰ ਬਚਨ ਹੈ ਵਿਰਾਗ ਸ਼ਤਕ ਦੇ ਵਿੱਚ, ਕਹਿੰਦੇ ਭੁਗਤਾ ਜਾਨ ਭੋਗ ਮੈਂ ਭੋਗੇ, ਭੋਗਿਓ ਗਇਓ ਆਪ ਮੈਂ ਮੂੜ। ਮੈਂ ਸੋਚਿਆ ਸੀ ਕਿ ਮੈਂ ਭੋਗਣ ਹਾਰਾ ਬਣ ਕੇ ਵਕਾਰਾਂ ਨੂੰ ਭੋਗ ਰਿਹਾ ਹਾਂ, ਪਰ ਮੇਰੇ ਨਾਲ ਤੇ ਧੋਖਾ ਹੋ ਗਿਆ। ਵਕਾਰਾਂ ਨੂੰ ਭੋਗਣ ਦੀ ਇੱਛਾ ਰੱਖੀ ਸੀ, ਪਰ ਮੇਰੀ ਬਦਕਿਸਮਤੀ ਮੇਰਾ ਤੇ ਆਪਣਾ ਹੀ ਸਰੀਰ ਭੋਗਿਆ ਗਿਆ। ਭੁਗਤਾ ਜਾਨ ਭੋਗ ਮੈਂ ਭੋਗੇ, ਭੋਗਿਓ ਗਇਓ ਆਪ ਮੈਂ ਮੂੜ। ਮੇਰਾ ਤੇ ਆਪਣਾ ਸਰੀਰ ਹੀ ਭੋਗਿਆ ਗਿਆ, ਭਾਵ ਕਿ ਨੁਕਸਾਨ ਤੇ ਮੈਂ ਆਪਦੇ ਸਰੀਰ ਦਾ ਕੀਤਾ ਹੈ। ਸ਼ਕਤੀ ਤੇ ਮੇਰੀ ਨਸ਼ਟ ਹੋਈ ਹੈ, ਜੋਬਨ ਜਵਾਨੀ ਨੂੰ ਤੇ ਮੈਂ ਆਪਣੀ ਨੂੰ ਨਸ਼ਟ ਕੀਤਾ ਹੈ, ਵਕਾਰਾਂ ਨੂੰ ਮੈਂ ਕਾਹਦਾ ਭੋਗਿਆ ਹੈ। ਸਮਾਂ ਨਾ ਬੀਤਿਓ ਹਉ ਹੀ ਬੀਤਿਓ, ਕਾਲ ਚੱਕਰਵਤ ਭਰਮਤ ਸਰਬਦਾ। ਯੋਗੀ ਰਾਜ ਭਰਥਰੀ ਹਰੀ ਜੀ ਕਹਿੰਦੇ ਨੇ ਕਿ ਕਾਲ ਮਾਨੋ ਕਿ ਇੱਕ ਚੱਕਰ ਹੈ, ਕਾਲ ਚੱਕਰਵਤ ਭਰਮਤ ਸਰਬਦਾ। ਇਹ ਸਾਰੀਆਂ ਥਾਵਾਂ ਤੇ ਭਰਮ ਰਿਹਾ ਹੈ, ਸਭ ਸਮਿਆਂ ਦੇ ਵਿੱਚ ਇਹ ਚੱਕਰ ਬਰਾਬਰ ਹੀ ਚੱਲਦਾ ਹੈ। ਤੇ ਭਰਥਰੀ ਜੀ ਕਹਿੰਦੇ ਨੇ ਕਾਲ ਦਾ ਚੱਕਰ ਤੇ ਬਰਾਬਰ ਹੀ ਚੱਲ ਰਿਹਾ ਹੈ। ਜੇ ਇਸ ਵਾਰ ਹਾੜ ਦਾ ਮਹੀਨਾ ਆਇਆ ਤੇ ਅਗਲੇ ਸਾਲ ਫਿਰ ਹਾੜ ਦਾ ਹੀ ਮਹੀਨਾ ਆਉਣਾ। ਜੇ ਇਸ ਵਾਰ ਗਰਮੀ ਦੀ ਰੁੱਤ ਹੈ ਤੇ ਅਗਲੀ ਵਾਰੀ ਵੀ ਗਰਮੀ ਦੀ ਰੁੱਤ ਹੀ ਆਵੇਗੀ। ਸਮਾਂ ਤੇ ਬਾਰ-ਬਾਰ ਉਹੀ ਚੱਲ ਰਿਹਾ ਹੈ। ਤੇ ਭਰਥਰੀ ਜੀ ਕਹਿੰਦੇ ਇਸ ਕਰਕੇ ਸਮਾਂ ਨਹੀਂ ਬੀਤਿਆ, ਮੈਂ ਆਪ ਹੀ ਬੀਤ ਗਿਆ ਹਾਂ। ਸਮਾਂ ਨਹੀਂ ਗੁਜ਼ਰਿਆ, ਮੈਂ ਹੀ ਗੁਜ਼ਰ ਗਿਆ ਹਾਂ। ਮੈਂ ਨਹੀਂ ਵਕਾਰਾਂ ਨੂੰ ਭੋਗਿਆ, ਸਗੋਂ ਮੇਰਾ ਸਰੀਰ ਹੀ ਭੋਗਿਆ ਗਿਆ ਹੈ। ਮੈਂ ਆਪਣੀ ਹੀ ਤਾਕਤ ਨੂੰ ਨਸ਼ਟ ਕੀਤਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਇਹ ਰਾਜ ਮਾਲ ਰੂਪ ਜਾਤ ਜੋਬਨ ਤੇਰੇ ਨਾਲ ਠੱਗੀ ਮਾਰ ਰਹੇ ਨੇ, ਤੇਰੇ ਨਾਲ ਧੋਖਾ ਕਰ ਰਹੇ ਨੇ, ਅੰਦਰੋਂ ਅੰਦਰੀ ਤੈਨੂੰ ਠੱਗ ਰਹੇ ਨੇ। ਕਾਮ ਕ੍ਰੋਧ ਇਸ ਦੇਹੀ ਮੈਂ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਝੈ, ਕੋਏ ਨਾ ਸੁਣੈ ਪੁਕਾਰਾ। ਬੰਦਾ ਅਣਜਾਣ ਪੁਣੇ ਵਿੱਚ ਅਵਿਦਿਆ ਦੀ ਨੀਂਦ ਵਿੱਚ ਸੁੱਤਾ ਹੈ, ਪਰੰਤੂ ਵਿਕਾਰ ਅੰਦਰੋਂ ਅੰਦਰੀ ਲੁੱਟ ਰਹੇ ਨੇ। ਸਾਧ ਸੰਗਤ ਜੀ, ਗੁਰੂ ਪਾਤਸ਼ਾਹ ਕਹਿੰਦੇ ਵਿਆਪਤ ਰੂਪ ਜੋਬਨ ਮਦ ਮਸਤਾ। ਜੋਬਨ ਜਵਾਨੀ ਦੇ ਨਸ਼ੇ ਵਿੱਚ ਮਸਤ ਹੋਇਆ ਬੰਦਾ ਵੀ ਮਾਇਆ ਦੇ ਅਧੀਨ ਹੈ। ਵਿਆਪਤ ਭੂਮ ਰੰਗ ਅਰ ਰੰਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਹੇ ਭਾਈ, ਭੂਮ ਬਹੁਤੇ ਜ਼ਿਆਦੇ ਜ਼ਮੀਨਦਾਰ ਬਣ ਜਾਣਾ, ਤੇ ਇਸੇ ਪ੍ਰਕਾਰ ਰੰਗ ਅਰ ਰੰਗਾ। ਰੰਗ ਗਰੀਬੀ, ਰੰਗਾ ਭਾਵ ਦੁਨੀਆ ਦੀਆਂ ਰੰਗ ਰਲੀਆਂ ਚੋਜ ਤਮਾਸ਼ਿਆਂ ਨੂੰ ਮੰਨਣਾ। ਇਹਨਾਂ ਸਾਰੇ ਹੀ ਰੂਪਾਂ ਦੇ ਵਿੱਚ ਮਾਇਆ ਵਿਆਪ ਰਹੀ ਹੈ। ਵਿਆਪਤ ਗੀਤ ਨਾਦ ਸੁਣ ਸੰਗਾ। ਫਿਰ ਕਈ ਪ੍ਰਕਾਰ ਦੇ ਗੀਤ ਸੰਗੀਤ ਸੁਣਨੇ। ਨਾਦ ਵੀ, ਨਾਦ ਤੋਂ ਭਾਵ ਵੀ ਹੈ ਸੰਗੀਤ। ਸੁਣ ਸੰਗਾ, ਸੰਗੀਆਂ ਸਾਥੀਆਂ ਦੇ ਨਾਲ ਮਿਲ ਬੈਠ ਕੇ, ਭਾਵ ਕੇ ਟੋਲਿਆਂ ਦੇ ਟੋਲੇ ਬਣਾ ਕੇ ਗੀਤ ਨਾਦ ਦੁਨਿਆਵੀ ਗੀਤ ਸੰਗੀਤ ਸੁਣਨੇ। ਇਹ ਵੀ ਇੱਕ ਮਾਇਆ ਦਾ ਹੀ ਪ੍ਰਭਾਵ ਹੈ। ਬਿਖੈ ਨਾਦ ਕਰਨ ਸੁਣ ਪੀਨਾ, ਹਰ ਜਸ ਸੁਣਤ ਆਲਸ ਮਨ ਕੀਨਾ। ਗੁਰੂ ਸਾਹਿਬ ਕਹਿੰਦੇ ਜਦੋਂ ਤਾਂ ਵਿਸ਼ੇ ਵਿਕਾਰਾਂ ਨਾਲ ਭਰੇ ਹੋਏ ਲਬਰੇਜ਼ ਹੋਏ ਗੀਤ ਸੁਣਨੇ ਹੋਣ, ਉਦੋਂ ਤੇ ਬੰਦੇ ਦਾ ਮਨ ਬਹੁਤ ਛਾਲਾਂ ਮਾਰਦਾ ਹੈ, ਬੰਦੇ ਦਾ ਮਨ ਬੜਾ ਉਤਸ਼ਾਹਿਤ ਹੁੰਦਾ ਹੈ। ਪਰ ਜਦੋਂ ਪਰਮੇਸ਼ਰ ਦਾ ਨਾਮ ਜਪਣਾ ਹੋਵੇ ਤੇ ਹਰ ਜਸ ਸੁਣਤ ਆਲਸ ਮਨ ਕੀਨਾ, ਉਧਰੋਂ ਮਨ ਆਲਸ ਕਰਦਾ ਹੈ, ਮਨ ਸੁਸਤ ਹੋ ਜਾਂਦਾ ਹੈ। ਇਸ ਕਰਕੇ ਆਲਸ ਨੂੰ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਬਹੁਤ ਨਫ਼ਰਤ ਕਰਕੇ ਤੇ ਘਿਰਣਾ ਨਾਲ ਤਾੜਨਾ ਕਰਕੇ ਆਖਿਆ ਹੈ ਕਿ ਵੰਝ ਮੇਰੇ ਆਲਸਾ ਹਰ ਪਾਸ ਬੇਨੰਤੀ, ਰਾਵੋ ਸਹੁ ਆਪਨੜਾ ਹਰ ਸੰਗ ਸੁਹੰਤੀ। ਹੇ ਮੇਰੇ ਆਲਸਾ, ਹੇ ਮੇਰੀ ਸੁਸਤੀ, ਚਲੇ ਜਾ ਦੂਰ ਮੇਰੇ ਕੋਲੋਂ, ਕਿਉਂਕਿ ਜਦੋਂ ਤੱਕ ਤੂੰ ਮੇਰੇ ਕੋਲ ਹੈ ਉਦੋਂ ਤੱਕ ਮੈਂ ਰੱਬ ਦਾ ਭਜਨ ਨਹੀਂ ਕਰ ਸਕਦਾ। ਮੈਥੋਂ ਅੰਮ੍ਰਿਤ ਵੇਲੇ ਉੱਠ ਕੇ ਨਾਮ ਨਹੀਂ ਜਪਿਆ ਜਾ ਸਕਦਾ। ਇਸ ਕਰਕੇ ਆਲਸਾ ਤੂੰ ਮੇਰੇ ਤੋਂ ਦੂਰ ਹੋ ਜਾ, ਮੇਰੇ ਕੋਲੋਂ ਚਲਿਆ ਜਾ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਹੇ ਭਾਈ, ਕਈ ਪ੍ਰਕਾਰ ਦੇ ਗੀਤ ਸੰਗੀਤ ਸੁਣਨੇ ਤੇ ਉਹਨਾਂ ਗੀਤ ਸੰਗੀਤ ਨੂੰ ਸੁਣ ਕੇ ਮਨ ਅੰਦਰ ਵਕਾਰ ਪੈਦਾ ਕਰਨੇ,
ਇਹ ਵੀ ਇੱਕ ਮਾਇਆ ਦਾ ਰੂਪ ਹੈ। ਵਿਆਪਤ ਸੇਜ ਮਹਿਲ ਸਿੰਗਾਰ। ਫਿਰ ਮਖਮਲੀ ਸੇਜਾ, ਸੇਜਾ ਨਾਮ ਹੈ ਬਿਸਤਰੇ ਦਾ। ਸੋਹਣੇ ਬਿਸਤਰਿਆਂ ਦੇ ਉੱਪਰ ਸੌਣਾ ਤੇ ਸੁੰਦਰ ਮਹੱਲਾਂ ਦੇ ਵਿੱਚ ਆਪਣਾ ਵਾਸ ਕਰਨਾ। ਵਿਆਪਤ ਸੇਜ ਮਹਿਲ ਸੀਗਾਰ, ਫਿਰ ਕਈ ਪ੍ਰਕਾਰ ਦੇ ਹਾਰ ਸ਼ਿੰਗਾਰ ਕਰਨੇ, ਕਈ ਪ੍ਰਕਾਰ ਦੀਆਂ ਸੋਹਣੀਆਂ ਸੇਜਾਂ ਦੇ ਉੱਪਰ ਆਪਣਾ ਵਿਸ਼ਰਾਮ ਕਰਨਾ। ਮਹਾਰਾਜ ਕਹਿੰਦੇ ਇਹ ਮਾਇਆ ਦਾ ਰੂਪ ਹੈ, ਕਿਉਂਕਿ ਮਖਮਲੀ ਬਿਸਤਰਿਆਂ ਦੇ ਉੱਪਰ ਸੌਂ ਕੇ ਜਿਸ ਨੂੰ ਪਰਮੇਸ਼ਰ ਦਾ ਨਾਮ ਭੁੱਲਦਾ ਹੈ, ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਉਹਦਾ ਸੌਣਾ ਵੀ ਵਿਅਰਥ ਹੈ। ਉਹਦਾ ਸੌਣਾ ਪਰਮੇਸ਼ਰ ਨਾਲੋਂ ਜੇ ਦੂਰ ਕਰਦਾ ਹੈ ਤੇ ਐਸੀ ਨੀਂਦ ਵਿਅਰਥ ਹੈ। ਪਰ ਜਿਸ ਨੀਂਦ ਦੇ ਵਿੱਚ ਪ੍ਰਮਾਤਮਾ ਨੂੰ ਯਾਦ ਕੀਤਾ ਜਾਂਦਾ ਹੈ, ਉਸ ਨੀਂਦ ਨੂੰ ਤਾਂ ਸਾਹਿਬ ਆਵਾਜ਼ ਦੇ ਕੇ ਆਖਦੇ ਨੇ ਕਿ ਆਓ ਸੁਭਾਗੀ ਨੀਂਦੜੀਏ, ਮਤ ਸਹੁ ਦੇਖਾਂ ਸੋਏ। ਨੀਂਦ ਦੇ ਵਿੱਚ ਵੀ ਫਰਕ ਹੈ। ਇੱਕ ਬੰਦਾ ਸੌਂਦਾ ਹੈ ਤੇ ਵਕਾਰ ਭੋਗਦਾ ਹੈ, ਇੱਕ ਸੌਂਦਾ ਹੈ ਤੇ ਸੁਪਨੇ ਦੇ ਵਿੱਚ ਪਰਮੇਸ਼ਰ ਨੂੰ ਯਾਦ ਕਰਦਾ ਹੈ। ਸੁਪਨੇ ਵਿੱਚ ਵੀ ਉਹਦੀ ਤਾਰ ਰੱਬ ਨਾਲ ਜੁੜੀ ਰਹਿੰਦੀ ਹੈ। ਸਤਿਗੁਰੂ ਪਾਤਸ਼ਾਹ ਇਸ ਕਰਕੇ ਕਹਿੰਦੇ ਨੇ ਭਾਈ ਮਖਮਲੀ ਬਿਸਤਰਿਆਂ ਦੇ ਉੱਪਰ ਸੌਣਾ ਜਾਂ ਵਿਸ਼ੇ ਵਿਕਾਰਾਂ ਨੂੰ ਭੋਗਣਾ ਇਹ ਮਾਇਆ ਦਾ ਬੜਾ ਪ੍ਰਬਲ ਰੂਪ ਹੈ। ਇੱਕ ਵਾਰੀ ਕੋਈ ਸਾਧੂ ਰਾਜੇ ਦੇ ਦਰਬਾਰ ਦੇ ਬਾਹਰ ਮਿੱਟੀ ਦੇ ਉੱਪਰ ਲੇਟ ਗਿਆ। ਰਾਜੇ ਨੇ ਬਾਹਰੋਂ ਖਿੜਕੀ ਦੇ ਵਿੱਚ ਖਲੋ ਕੇ ਬਾਹਰ ਰਿਸ਼ੀ ਨੂੰ ਸੌਂਦੇ ਹੋਏ ਨੂੰ ਦੇਖ ਲਿਆ। ਜਦੋਂ ਸਵੇਰੇ ਰਿਸ਼ੀ ਆਪਣੇ ਕੱਪੜੇ ਝਾੜਦਾ ਹੋਇਆ ਮਿੱਟੀ ਦੇ ਵਿੱਚੋਂ ਉੱਠਿਆ ਤੇ ਰਾਜਾ ਕੋਲ ਆ ਕੇ ਕਹਿਣ ਲੱਗਾ, ਫਕੀਰ ਜੀ, ਮੈਂ ਸੁਣਿਆ ਹੈ ਕਿ ਰੱਬ ਦੇ ਪਿਆਰਿਆਂ ਦੀ ਜ਼ਿੰਦਗੀ ਰਾਜਿਆਂ ਮਹਾਰਾਜਿਆਂ ਦੇ ਨਾਲੋਂ ਬੜੀ ਸੌਖੀ ਹੁੰਦੀ ਹੈ, ਬੜਾ ਸੁਹੇਲਾ ਜੀਵਨ ਹੁੰਦਾ ਹੈ। ਪਰ ਜੋ ਮੈਂ ਅੱਜ ਆਪਣੀਆਂ ਅੱਖਾਂ ਨਾਲ ਦੇਖਿਆ ਹੈ, ਮੈਨੂੰ ਇੰਜ ਪ੍ਰਤੀਤ ਹੋਇਆ ਕਿ ਰੱਬ ਦੇ ਫਕੀਰ ਤਾਂ ਬੜੇ ਦੁਖੀ ਹੁੰਦੇ ਨੇ, ਕਿਉਂਕਿ ਮਿੱਟੀ ਦੇ ਵਿੱਚ ਸੌਣਾ ਪੈਂਦਾ, ਭੂਮ ਆਸਣ ਲਾਉਣਾ ਪੈਂਦਾ ਹੈ। ਫਕੀਰ ਨੇ ਆਖਿਆ, ਰਾਜਨ ਸੁਣ, ਅੱਧੀ ਰਾਤ ਆਪਣੀ ਦੋਵਾਂ ਦੀ ਇੱਕੋ ਜਿਹੀ ਬਤੀਤ ਹੋਈ ਹੈ ਤੇ ਅੱਧੀ ਰਾਤ ਮੇਰੀ ਚੰਗੀ ਤੇ ਤੇਰੀ ਮੰਦੀ ਬਤੀਤ ਹੋਈ ਹੈ। ਰਾਜਾ ਕਹਿੰਦਾ, ਜੀ ਇਹ ਕਿਵੇਂ ਹੋ ਸਕਦਾ? ਮੇਰੇ ਕੋਲ ਤੇ ਮਖਮਲੀ ਸੇਜਾਂ ਨੇ, ਤੁਸੀਂ ਮਿੱਟੀ ਤੇ ਸੁੱਤੇ ਹੋ। ਫਕੀਰ ਨੇ ਆਖਿਆ, ਦੇਖ ਭਾਈ, ਅੱਧੀ ਰਾਤ ਤੂੰ ਵਕਾਰ ਭੋਗੇ ਨੇ ਤੇ ਮੈਂ ਉਸ ਅੱਧੀ ਰਾਤ ਦੇ ਵਿੱਚ ਪਰਮੇਸ਼ਰ ਦਾ ਭਜਨ ਕੀਤਾ ਹੈ, ਤੇ ਦੂਸਰੀ ਜਿਹੜੀ ਬਾਕੀ ਬਚੀ ਅੱਧੀ ਰਾਤ ਹੈ ਉਹਦੇ ਵਿੱਚ ਤੂੰ ਵੀ ਸੁੱਤਾ ਤੇ ਮੈਂ ਵੀ ਸੁੱਤਾ। ਰਾਜੇ ਨੇ ਆਖਿਆ, ਜੀ ਫਰਕ ਬੜਾ, ਮੈਂ ਮਖਮਲੀ ਬਿਸਤਰੇ ਤੇ, ਤੁਸੀਂ ਮਿੱਟੀ ਤੇ। ਫਕੀਰ ਨੇ ਆਖਿਆ, ਕੋਈ ਵੀ ਫਰਕ ਨਹੀਂ। ਕਹਿੰਦਾ, ਜੀ ਕਿਵੇਂ? ਸੂਫੀ ਫਕੀਰ ਨੇ ਅੱਗੋਂ ਜਵਾਬ ਦਿੱਤਾ ਕਿ ਜਦੋਂ ਬੰਦੇ ਨੂੰ ਨੀਂਦ ਆ ਜਾਂਦੀ ਹੈ ਨਾ, ਉਸ ਤੋਂ ਬਾਅਦ ਨਹੀਂ ਪਤਾ ਹੁੰਦਾ ਕਿ ਮੈਂ ਮਖਮਲੀ ਬਿਸਤਰੇ ਤੇ ਸੁੱਤਾ ਕਿ ਕੰਡਿਆਂ ਦੀ ਸੇਜ ਤੇ ਸੁੱਤਾ। ਨੀਂਦ ਸਾਰਿਆਂ ਵਾਸਤੇ ਬਰਾਬਰ ਹੀ ਹੈ। ਇਸ ਕਰਕੇ ਭਾਈ ਅੱਧੀ ਰਾਤ ਤੇ ਆਪਣੀ ਬਰਾਬਰ ਹੀ ਬਤੀਤ ਹੋਈ ਹੈ, ਤੇ ਅੱਧੀ ਰਾਤ ਮੇਰੀ ਚੰਗੀ ਤੇ ਤੇਰੀ ਮਾੜੀ ਬਤੀਤ ਹੋਈ ਹੈ। ਤੋ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਵਿਆਪਤ ਸੇਜ ਮਹਿਲ ਸੀਗਾਰ, ਮਖਮਲੀ ਸੇਜਾਂ ਤੇ ਮਹਿਲਾਂ ਦਾ ਵਾਸ, ਫਿਰ ਕਈ ਪ੍ਰਕਾਰ ਦੇ ਹਾਰ ਸ਼ਿੰਗਾਰ ਕਰਨੇ, ਇਹ ਮਾਇਆ ਦਾ ਰੂਪ ਹੈ। ਪੰਚ ਦੂਤ ਵਿਆਪਤ ਅੰਧਿਆਰ। ਫਿਰ 5 ਪ੍ਰਕਾਰ ਦੇ ਦੂਤ ਭਾਵ 5 ਵਕਾਰ, ਵਿਆਪਤ ਅੰਧਿਆਰ। ਅੰਧਿਆਰ ਭਾਵ ਕਿ ਅੰਧਕਾਰ, ਹਨੇਰਾ। 5 ਵਕਾਰ ਜਦੋਂ ਬੰਦੇ ਨੂੰ ਵਿਆਪਦੇ ਨੇ ਤੇ ਸਾਧ ਸੰਗਤ ਜੀ, ਬੰਦੇ ਦੀਆਂ ਅੱਖਾਂ ਦੇ ਸਾਹਮਣੇ ਹਨੇਰਾ ਆ ਜਾਂਦਾ ਹੈ, ਅੰਨਾ ਹੋ ਜਾਂਦਾ ਹੈ, ਵਕਾਰਾਂ ਦੇ ਅਧੀਨ ਹੋ ਕੇ ਦਿਸਣੋਂ ਹਟ ਜਾਂਦਾ, ਸੁਣਨੋਂ ਹਟ ਜਾਂਦਾ। ਵਕਾਰ ਇੰਨੇ ਪ੍ਰਬਲ ਨੇ। ਮਹਾਤਮਾ ਪੰਡਿਤ ਗੁਲਾਬ ਸਿੰਘ ਨੇ ਇੱਕ ਗ੍ਰੰਥ ਲਿਖਿਆ ਹੈ, ਪ੍ਰਬੋਧ ਚੰਦਰ ਨਾਟਕ। ਉਹਦੇ ਵਿੱਚ ਉਹਨਾਂ ਨੇ ਕ੍ਰੋਧ ਦਾ ਸੁਭਾਅ ਵਰਣਨ ਕੀਤਾ ਹੈ। ਕਹਿੰਦੇ ਨੇ ਕ੍ਰੋਧ ਬੜਾ ਬਲਸ਼ਾਲੀ ਹੈ। अंध करो दृगवंतन को, श्रुतवंतन को बदरो कर डारो, त्रितवंतन को करो सो अधीर, अर चातर की मत दूर निवारो। हित कारज नाहे सुनै कब ही, जिनके उर भीतर मैं पग डारो। हित कारज नाहे पिखै कब ही, पढ़ियो जितनो सो सभै बिसारो। ਕਹਿੰਦੇ ਜਿਸ ਦੇ ਅੰਦਰ ਕ੍ਰੋਧ ਆ ਜਾਂਦਾ ਉਸ ਬੰਦੇ ਨੂੰ ਸੁਣਨੋਂ ਵੀ ਹਟ ਜਾਂਦਾ ਹੈ ਤੇ ਵੇਖਣੋਂ ਵੀ ਹਟ ਜਾਂਦਾ ਹੈ। ਅੰਧ ਕਰੋ ਦ੍ਰਿਗਵੰਤਨ ਕੋ, ਸਰੋਤਵੰਤਨ ਕੋ ਬਦਰੋ ਕਰ ਡਾਰੋ। ਸੁਣਨ ਵਾਲਿਆਂ ਨੂੰ ਬੋਲੇ ਕਰ ਦਿੰਦਾ ਹੈ
ਤੇ ਵੇਖਣ ਵਾਲਿਆਂ ਨੂੰ ਅੰਨੇ ਕਰ ਦਿੰਦਾ ਹੈ। ਇਸ ਕਰਕੇ ਸਾਹਿਬ ਕਹਿੰਦੇ ਪੰਜ ਦੂਤ ਵਿਆਪਤ ਅੰਧਿਆਰ। ਪੰਜ ਵਿਕਾਰ ਜਦੋਂ ਵਿਆਪਦੇ ਨੇ ਤੇ ਬੰਦੇ ਦੀਆਂ ਅੱਖਾਂ ਸਾਹਮਣੇ ਹਨੇਰਾ ਆ ਜਾਂਦਾ ਹੈ। ਵਿਆਪਤ ਕਰਮ ਕਰੈ ਹਉ ਫਾਸਾ। ਫਿਰ ਹਉਮੈ ਹੰਕਾਰ ਦੀ ਫਾਹੀ ਦੇ ਵਿੱਚ ਪਿਆ ਹੋਇਆ ਬੰਦਾ ਨਖਿੱਧ ਕਰਮਾਂ ਨੂੰ ਕਰਦਾ ਹੈ। ਵਿਆਪਤ ਗ੍ਰਸਤ ਵਿਆਪਤ ਉਦਾਸਾ। ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਮਾਇਆ ਬਹੁਤ ਪ੍ਰਭਾਵਸ਼ਾਲੀ ਹੈ। ਇਹ ਗ੍ਰਸਤੀਆਂ ਨੂੰ ਵੀ ਵਿਆਪਦੀ ਹੈ ਤੇ ਗ੍ਰਸਤ ਨੂੰ ਛੱਡ ਕੇ ਜਿਹੜੇ ਉਦਾਸੀ ਹੋਏ ਨੇ ਉਹਨਾਂ ਨੂੰ ਵੀ ਵਿਆਪਦੀ ਹੈ। ਆਚਾਰ ਵਿਵਹਾਰ ਵਿਆਪਤ ਇਹ ਜਾਤ। ਆਚਾਰ ਭਾਵ ਕੇ ਜਿਹੜਾ ਜੀਵ ਦਾ ਆਚਰਣ ਹੈ, ਵਿਵਹਾਰ ਕਹੀਏ ਕੰਮਕਾਰ, ਆਚਰਣ ਦੇ ਵਿੱਚ ਤੇ ਕੰਮਾਂ ਕਾਰਾਂ ਦੇ ਵਿੱਚ ਹਰ ਰੂਪ ਦੇ ਵਿੱਚ ਹੀ ਇਹ ਮਾਇਆ ਪ੍ਰਭਾਵ ਪਾਉਂਦੀ ਹੈ। ਸਭ ਕਿਛ ਵਿਆਪਤ ਬਿਨ ਹਰ ਰੰਗ ਰਾਤ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਹੇ ਭਾਈ, ਬੰਦੇ ਨੂੰ ਕਈ ਪ੍ਰਕਾਰ ਨਾਲ ਮਾਇਆ ਵਿਆਪਦੀ ਹੈ, ਪਰੰਤੂ ਪਰਮੇਸ਼ਰ ਦੇ ਨਾਮ ਰੰਗ ਦੇ ਵਿੱਚ ਕਦੇ ਵੀ ਇਹ ਜੀਵ ਰੰਗਿਆ ਨਹੀਂ ਜਾਂਦਾ। ਇਹ ਧਨ ਦੇ ਰੰਗ ਵਿੱਚ ਵੀ ਰੰਗਿਆ ਹੁੰਦਾ ਹੈ, ਕਦੇ ਇਹ ਵਾਸ਼ਨਾ ਦੇ ਰੰਗ ਵਿੱਚ ਰੰਗਿਆ ਹੁੰਦਾ, ਕਦੇ ਮੋਹ ਦੇ ਰੰਗ ਵਿੱਚ ਰੰਗਿਆ ਹੁੰਦਾ ਹੈ, ਪਰ ਬਦਕਿਸਮਤੀ ਕਦੇ ਵਾਸਤੇ ਵੀ ਰੱਬ ਦੇ ਨਾਮ ਵਿੱਚ ਨਹੀਂ ਰੰਗਿਆ ਹੁੰਦਾ। ਸਭ ਕੁਛ ਵਿਆਪਤ ਮਾਇਆ ਸਾਰੇ ਰੂਪਾਂ ਕਰਕੇ ਹੀ ਵਿਆਪਦੀ ਹੈ, ਬਿਨ ਹਰ ਰੰਗ ਰਾਤ, ਬਿਨਾ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗੇ ਜਾਣ ਤੋਂ। ਸੰਤਨ ਕੇ ਬੰਧਨ ਕਾਟੇ ਹਰ ਰਾਏ। ਪਰ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਪਿਆਰਿਆਂ ਸੰਤ ਭਗਤਾਂ ਦੇ ਬੰਧਨਾਂ ਨੂੰ ਕੱਟ ਦਿੱਤਾ ਹੈ। ਜਿਵੇਂ ਵਿਸ਼ਨੂੰ ਦੇ ਕੋਲ ਸੁਦਰਸ਼ਨ ਚੱਕਰ ਹੈ ਤੇ ਸੁਦਰਸ਼ਨ ਚੱਕਰ ਦੇ ਨਾਲ ਉਹਨੇ ਤੰਦੂਏ ਦੀਆਂ ਤਾਰਾਂ ਕੱਟ ਦਿੱਤੀਆਂ ਸੀ। ਗਜ ਗਰਾਹ ਤੇ ਛੂਟਾ, ਹਾਥੀ ਨੂੰ ਛੁਡਾ ਦਿੱਤਾ ਸੀ ਤੰਦੂਏ ਦੀਆਂ ਤਾਰਾਂ ਤੋਂ। ਇਸੇ ਤਰ੍ਹਾਂ ਮੰਨੋ ਕਿ ਭਗਵਾਨ ਦੇ ਕੋਲ ਸੁਦਰਸ਼ਨ ਚੱਕਰ ਹੈ, ਉਹ ਆਪਣੇ ਭਗਤਾਂ ਦੇ ਬੰਧਨਾਂ ਨੂੰ ਤੰਦੂਏ ਦੀਆਂ ਤਾਰਾਂ ਦੇ ਵਾਂਗ ਕੱਟ ਦਿੰਦਾ ਹੈ। ਸੰਤਨ ਕੇ ਬੰਧਨ ਕਾਟੇ ਹਰ ਰਾਏ, ਬੰਧਨਾਂ ਤੋਂ ਛੁਡਾ ਕੇ ਮੁਕਤ ਕਰ ਦਿੰਦਾ ਹੈ। ਤਾ ਕਉ ਕਹਾਂ ਵਿਆਪੈ ਮਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਜਿਸ ਦੇ ਸਿਰ ਉੱਪਰ ਪਰਮੇਸ਼ਰ ਨੇ ਹੱਥ ਰੱਖਿਆ ਹੋਵੇ ਉਹਨੂੰ ਫਿਰ ਮਾਇਆ ਕੀ ਵਿਆਪ ਸਕਦੀ ਹੈ? ਕਿਵੇਂ ਮਾਇਆ ਵਿਆਪ ਸਕਦੀ ਹੈ? ਭਾਵ ਹਰਗਿਜ਼ ਵੀ ਮਾਇਆ ਨਹੀਂ ਵਿਆਪ ਸਕਦੀ। ਸਾਧ ਸੰਗਤ ਜੀ, ਜਿਸ ਦੇ ਸਿਰ ਉੱਪਰ ਪਰਮੇਸ਼ਰ ਦਾ ਹੱਥ ਹੋਵੇ। ਕਹੋ ਨਾਨਕ ਜਿਨ ਧੂਰ ਸੰਤ ਪਾਈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਜਿਨ੍ਹਾਂ ਨੇ ਸੰਤ ਜਨਾਂ ਦੀ ਚਰਨ ਧੂੜ ਨੂੰ ਪ੍ਰਾਪਤ ਕੀਤਾ ਹੈ, ਤਾ ਕੈ ਨਿਕਟ ਨਾ ਆਵੈ ਮਾਈ। ਇਹ ਮਾਈ ਭਾਵ ਕੇ ਮਾਇਆ ਉਹਨਾਂ ਦੇ ਨੇੜੇ ਵੀ ਨਹੀਂ ਆ ਸਕਦੀ ਜਿਨ੍ਹਾਂ ਨੇ ਸੰਤ ਜਨਾਂ ਦੀ ਚਰਨ ਧੂੜ ਪ੍ਰਾਪਤ ਕੀਤੀ। ਭਾਵ ਕਿ ਇੱਕ ਤਾਂ ਉਹ ਸੰਤ ਮਹਾਤਮਾ ਬਚੇ ਨੇ ਮਾਇਆ ਤੋਂ ਜਿਨ੍ਹਾਂ ਤੇ ਰੱਬ ਦੀ ਕਿਰਪਾ ਹੋਈ ਹੈ, ਦੂਸਰੇ ਉਹ ਗੁਰਸਿੱਖ ਵੀ ਬਚ ਗਏ ਨੇ ਜਗਿਆਸੂ ਜਿਨ੍ਹਾਂ ਨੇ ਸੰਤ ਜਨਾਂ ਦੀ ਚਰਨ ਧੂੜੀ ਨੂੰ ਪ੍ਰਾਪਤ ਕੀਤਾ ਹੈ। ਦੋਵਾਂ ਦਾ ਹੀ ਬਚਾਅ ਹੋ ਗਿਆ ਹੈ। ਮਾਇਆ ਪ੍ਰਭਾਵਸ਼ਾਲੀ ਤੇ ਬਹੁਤ ਹੈ, ਪਰ ਜਦੋਂ ਗੁਰੂ ਸਾਹਿਬ ਕਿਰਪਾ ਕਰਨ ਫਿਰ ਮਾਇਆ ਦੇ ਵਿੱਚ ਰਹਿੰਦਿਆਂ ਵੀ ਗੁਰਸਿੱਖ ਉਦਾਸ ਰਹਿੰਦੇ ਨੇ। ਵਿੱਚੇ ਗ੍ਰਹਿ ਸਦਾ ਰਹਿ ਉਦਾਸੀ, ਜਿਉ ਕਮਲ ਰਹਿ ਵਿੱਚ ਪਾਣੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਮਾਇਆ ਦੀ ਵਿਆਖਿਆ ਕੀਤੀ ਹੈ ਕਿ ਹੇ ਭਾਈ, ਮਾਇਆ ਦੇ ਰੂਪ ਬਹੁਤ ਹਨ, ਕਈ ਰੂਪਾਂ ਦੇ ਨਾਲ ਜੀਵ ਦੇ ਉੱਪਰ ਪ੍ਰਭਾਵ ਪਾਉਂਦੀ ਹੈ। ਇੱਕ ਤਾਂ ਸੰਤ ਜਨ ਬਚ ਜਾਂਦੇ ਨੇ, ਦੂਸਰਾ ਸੰਤ ਜਨਾਂ ਦੀ ਚਰਨ ਧੂੜੀ ਪ੍ਰਾਪਤ ਕਰਨ ਵਾਲੇ ਜਗਿਆਸੂ ਵੀ ਇਸ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦੇ ਹਨ। ਉਹ ਮਾਇਆ ਦੇ ਵਿੱਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਹੋ ਜਾਂਦੇ ਨੇ। ਜਿਵੇਂ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਉੱਗਦਾ ਹੈ, ਚਿੱਕੜ ਵਿੱਚ ਹੀ ਰਹਿੰਦਾ ਹੈ, ਪਰ ਚਿੱਕੜ ਨੂੰ ਆਪਣੀਆਂ ਪੰਖੜੀਆਂ ਦੇ ਉੱਪਰ ਲੱਗਣ ਨਹੀਂ ਦਿੰਦਾ, ਪੈਦਾ ਵੀ ਚਿੱਕੜ ਵਿੱਚੋਂ ਹੁੰਦਾ। ਇਸੇ ਪ੍ਰਕਾਰ ਜੀਵ ਵੀ ਇਸ ਮਾਇਆ ਨਾਲ ਭਰੇ ਹੋਏ ਚਿੱਕੜ ਰੂਪੀ ਸੰਸਾਰ ਦੇ ਵਿੱਚੋਂ ਹੀ ਪੈਦਾ ਹੋਇਆ ਹੈ, ਪਰ ਇਸ ਪੰਕਜ ਦੇ ਵਿੱਚੋਂ ਪੈਦਾ ਹੋ ਕੇ ਜੀਵ ਨੇ ਇਸ ਪੰਖ ਤੋਂ ਬਚ ਕੇ ਵੀ ਰਹਿਣਾ ਹੈ। ਭਾਵ ਕਿ ਆਪਣੀਆਂ ਪੰਖੜੀਆਂ ਨੂੰ ਕਦੇ ਵਾਸਤੇ ਇਸ ਚਿੱਕੜ ਦੇ ਨਾਲ ਲਿਬੜਨ ਨਹੀਂ ਦੇਣਾ। ਇਹ ਉਪਦੇਸ਼ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਗੁਰਬਾਣੀ ਦੀ ਅਦੁੱਤੀ ਵਿਚਾਰ
ਸਾਡੇ ਕਲਯੁਗੀ ਹਿਰਦਿਆਂ ਵਿੱਚ ਵਸ ਜਾਵੇ, ਜਿਸ ਕਰਕੇ ਲੋਕ ਪਰਲੋਕ ਸਫਲ ਹੋ ਜਾਏ। ਇੰਨੀਆਂ ਬੇਨਤੀਆਂ ਸਰਬੱਤ ਸੰਗਤ ਨੇ ਪ੍ਰਵਾਨ ਕਰਨੀਆਂ ਜੀ। ਵਿਚਾਰ ਕਰਦਿਆਂ ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ਣੀ। 2 ਦਿਨ ਹੋਰ ਆਪ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੋਵਾਂਗੇ ਜੀ। ਇਸੇ ਪ੍ਰਕਾਰ ਆਪ ਜੀ ਨੇ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨਾ। ਸਰਬੱਤ ਸੰਗਤ ਅਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚਖੰਡ ਬੋਰਡ ਮੈਨੇਜਮੈਂਟ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਆਖਰੀ 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਕਹੁ ਨਾਨਕ ਜਿਨ ਧੂਰ ਸੰਤ ਪਾਈ, ਤਾਂ ਕੈ ਨਿਕਟ ਨਾ ਆਵੈ ਮਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਆਗ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ, ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੈ ਸਦਾ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ, ਹੇ ਸੰਤਹਿ ਕੈ ਸਦਾ ਸੰਗ ਨਿਧਾਰਾ, ਹੇ ਠਾਕੁਰ ਹਉ ਦਾਸੁਰੋ ਮੈਂ ਨਿਰਗੁਣ ਗੁਣ ਨਹੀਂ, ਨਾਨਕ ਦੀਜੈ ਨਾਮ ਦਾਨ ਰਾਖੋ ਹੀਐ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ, ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਤਰੇ, ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ, ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਾਜ ਕੇ ਜੈਕਾਰਾ ਗ ਜਾਵੇ, ਸੋ ਨਿਹਾਲ ਹੋ ਜਾਵੇ। ਸਤਿ ਸ਼੍ਰੀ ਅਕਾਲ। ਗੁਰਬਰ ਅਕਾਲ ਦੇਗ ਤੇਗ ਫਤਿਹ। ਗੁਰੂ ਪੰਥ ਖਾਲਸੇ ਦੀ ਚੜ੍ਹਦੀ ਕਲਾ ਰਖਣੀ। ਸੱਚੇ ਪਾਤਸ਼ਾਹ ਜੀ ਮਹਾਰਾਜ।